बेटे पहली गल तो भी कोई भी घल्लूघारा हुंदा नहीं, ये कीते जांदे। दो घल्लूघारे होए हाँ। ਜਿਹੜੇ ਤੁਸੀਂ ਦੱਸੇ हाँ ਦੋਨੋਂ ਮੁਸਲਿਮ ਕਮਿਊਨਿਟੀ ਜਾਂ ਰਾਜ ਵਿੱਚ होए और जो तीसरा होया हाँ। ਉਹਦੇ ਚ ਤਾਂ ਆਪਣੀ ਸਰਕਾਰ ਵੀ ਸੀ हाँ, बिल्कुल ਆਪਣਾ ਰਾਜ राज ਵੀ भी ਸੀ सी। ਤੇ ਤੀਸਰਾ ਕਿਉਂ ਹੋਇਆ हाँ पर तुहाडियां कई वारी चुनियां ਕਹਿਣ ਨੂੰ ਤਾਂ ਲੋਕ ਰਾਜ ਬਣਾ ਲਿਆ, ਪਰ ਅਸੀਂ ਮਾਨਸਿਕ ਤੌਰ ਤੇ ਲੋਕ ਰਾਜ ਦੇ ਕਾਬਿਲ ਨਹੀਂ ਹਾਂ, ਦੀ ਭਾਵਨਾ ਨਹੀਂ ਹੈ। ਸਾਡੇ ਤਾਂ ਅਨਪੜ੍ਹ ਲੋਕ ਨੇ ਵਿਚਾਰੇ, ਤੇ ਉਹਨਾਂ ਨੂੰ ਅਸੀਂ ਫਿਰਕਾ ਪ੍ਰਸਤੀ ਦੇ ਵਿੱਚ ਵੰਡ ਕੇ ਹਿੰਦੂ ਸਿੱਖ ਤੇ ਮੁਸਲਮਾਨ ਬਣਾ ਕੇ ਵੋਟਾਂ ਲੈ ਲੈਂਦੇ, ਵੋਟਾਂ ਲੈ ਕੇ ਤੇ ਚੌਧਰ ਕਰਦੀ ਆ। ਜਦੋਂ ਨੂੰ ਕਿਤੋਂ ਫਰਕ ਲੱਗਦਾ ਵੀ ਕਿਤੇ ਨਾ ਕਿਤੇ ਮੈਨੂੰ ਖਤਰਾ ਹੈ, ਫਿਰ ਉਹ ਕਦੇ ਕਦੇ ਜੇ ਖਾਲਸਤਾਨ ਦੀ ਮੰਗ ਹੀ ਕਰਨੀ ਹੁੰਦੀ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਗੱਲ ਕੀਤੀ ਤਾਂ ਖਾਲਸਤਾਨ ਦੀ ਵੀ ਗੱਲ ਕਰ ਲੈਂਦੇ। ਕਿਹੜਾ ਕਿਸੇ ਨੇ ਹਟਾਏ ਸੀ? ਘੱਲੂਘਾਰਾ ਕੀ ਸੀ ਅਸਲ ਦੇ ਵਿੱਚ? ਤੇ ਪੰਜਾਬ ਦੇ ਹਿੱਤਾਂ ਦੇ ਵਿੱਚ ਜਦੋਂ ਗੱਲ ਪ੍ਰਚੰਡ ਅਵਸਥਾ 'ਚ ਆ ਗਈ ਔਰ ਦੇਸ਼ ਦੀਆਂ ਏਜੰਸੀਆਂ ਨੇ ਵਾਈਟ ਪੇਪਰ ਜਾਰੀ ਹੋਵੇਗਾ ਪੂਰੀ ਤਰ੍ਹਾਂ ਸਹੀ, ਸਾਰੀਆਂ ਤਰ੍ਹਾਂ ਸਹੀ ਤਰ੍ਹਾਂ ਵਿੱਚ ਬਹਿ ਕੇ ਕਰਨਗੀਆਂ ਇਮਾਨਦਾਰੀ ਨਾਲ, ਇਹਨੇ ਵੀ ਇਕੱਲੀ ਪਾਰਟੀ, ਸਾਰੀਆਂ ਪਾਰਟੀਆਂ ਇਕੱਠੀਆਂ ਕੋਈ ਕਰਨਗੀਆਂ, ਦੋਸ਼ੀ ਆਪਣੇ ਆਪ ਸਾਹਮਣੇ ਆ ਜਾਊਗਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਵਿੰਦਰ ਸਰਾਣਾ ਤੁਹਾਡਾ ਸਵਾਗਤ ਕਰਤਾ ਨਾਓ ਹਿੰਦੁਸਤਾਨ ਤੇ ਸਰਾਣਾ। ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨ ਲੱਗੇ ਹਾਂ, ਇਹ ਬੜਾ ਲੰਬੇ ਸਮੇਂ ਤੋਂ ਵਿਸ਼ੇ ਚਰਚਾ ਤੇ ਰਿਹਾ ਹੈ, ਹੁਣ ਵੀ ਚਰਚਾ ਤੇ ਰਿਹਾ ਹੈ, ਲੇਕਿਨ ਹਰ ਸਾਲ ਇਸ ਵਿਸ਼ੇ ਨੂੰ ਲੈ ਕੇ ਵਾਦ ਵਿਵਾਦ ਵੀ ਕਦੇ-ਕਦੇ ਖੜ ਜਾਂਦਾ ਹੈ। ਹਕੀਕਤ ਕੀ ਹੈ, ਇਸ ਵਿਸ਼ੇ ਨੂੰ ਲੈ ਕੇ ਕਿਸ ਤਰ੍ਹਾਂ ਫਾਈਂਡ ਇਸ ਵਿਸ਼ੇ ਨੂੰ ਕੀਤਾ ਜਾ ਸਕਦਾ ਹੈ, ਇਹ ਵਿਸ਼ੇ ਕਿਉਂ ਉੱਠਿਆ, ਕੀ ਕਾਰਨ ਸੀ, ਇन्हीं सब चीज़ों ਨੂੰ ਲੈ ਕੇ ਅੱਜ ਅਸੀਂ ਗੱਲ ਕਰਾਂਗੇ। ਮੈਂ ਗੱਲ ਕਰ ਰਿਹਾ ਜੀ ਘੱਲੂਘਾਰੇ ਦੀ। ਵੈਸੇ ਤਾਂ ਹਿੰਦੁਸਤਾਨ ਵਿੱਚ 3 ਘੱਲੂਘਾਰੇ ਹੋਏ ਨੇ, ਇੱਕ ਛੋਟਾ, ਇੱਕ ਵੱਡਾ ਤੇ ਇੱਕ ਜਿਹੜਾ ਰੀਸੈਂਟਲੀ ਹੁਣ ਹੋਇਆ ਹੈ, ਜਿਹਨੂੰ ਆਪਾਂ 6 ਜੂਨ 1984 ਵਿੱਚ ਹੋਇਆ ਹੈ, ਉਸ ਘੱਲੂਘਾਰੇ ਨੂੰ ਵੀ ਲੈ ਕੇ ਅਸੀਂ ਗੱਲਬਾਤ ਕਰਾਂਗੇ। ਇਸ ਗੱਲਬਾਤ ਵਿੱਚ ਜੋ ਸਾਡੇ ਨਾਲ ਜੁੜ ਰਹੇ ਨੇ, ਜਿਨ੍ਹਾਂ ਨਾਲ ਅਸੀਂ ਵਿਚਾਰ ਚਰਚਾ ਕਰਾਂਗੇ, ਇਹ ਕਹਿ ਸਕਦੇ ਕਿ ਨੇ ਦੇਖਣ 'ਚ ਬੜੇ ਸਾਦੇ ਨੇ, ਆਪਣੀ ਸੰਸਕ੍ਰਿਤੀ ਆਪਣੇ ਕਲਚਰ ਨੂੰ ਉਹਨਾਂ ਨੇ ਜੀਵਿਤ ਰੱਖਿਆ ਹੈ, ਪਰ ਲੇਕਿਨ ਬਤੌਰ ਸੇਵਾਰਤ ਰਹੇ ਨੇ ਈਟੀਓ ਦੀ ਬਲਕੌਰ ਸਿੰਘ ਜੀ ਗਿੱਲ ਨੇ, ਜੋ ਕਿ 2008 ਵਿੱਚ ਰਿਟਾਇਰ ਹੋ ਚੁੱਕੇ ਨੇ, ਲੇਕਿਨ ਫਿਰ ਵੀ ਬੜਾ ਉਹਨਾਂ ਨੇ ਅਧਿਐਨ ਕੀਤਾ ਇਨ ਵਿਸ਼ਿਆਂ ਵਿੱਚ। ਬਤੌਰ ਜਦੋਂ ਅਸੀਂ ਤੁਹਾਡਾ ਪਰਿਚੈ ਕਰਾਵਾਂਗੇ, ਤੁਸੀਂ ਕਈ ਇੰਟਰਵਿਊ 'ਚ ਉਹਨਾਂ ਨੂੰ ਦੇਖ ਵੀ ਚੁੱਕੇ ਹੋ, ਤੇ ਤੁਹਾਨੂੰ ਇਹ ਲੱਗੂਗਾ ਕਿ ਇਹਨਾਂ ਦਾ ਰਹਿਣ ਸਹਿਣ, ਇਸ ਕਰਕੇ ਕਹਿ ਰਿਹਾ ਕਿ ਆਪਣੇ ਕਲਚਰ ਆਪਣੀ ਸੰਸਕ੍ਰਿਤੀ ਨੂੰ ਜੀਵਿਤ ਰੱਖਣ ਲਈ ਅੱਜ ਵੀ ਖਾਲੀ ਸੋਚ ਵਿਚਾਰ ਨਹੀਂ, ਆਪਣਾ ਪਹਿਨਾਵਾ ਵੀ ਉਹਨਾਂ ਨੇ ਉਵੇਂ ਦਾ ਹੀ ਰੱਖਿਆ ਹੈ। ਤੁਹਾਨੂੰ ਮਿਲਾਨ ਜਾ ਰਹੇ ਹਾਂ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਰ। ਹਾਂ, ਜਿਹੜੇ ਹੁੰਦੇ ਹੋਏ ਨੇ ਘੱਲੂਘਾਰੇ, ਇਹ ਘੱਲੂਘਾਰਾ ਕਿਉਂ ਹੋਇਆ? ਕਿਉਂ ਹੋਇਆ ਬੇਟੇ? ਪਹਿਲੀ ਗੱਲ ਤਾਂ ਵੀ ਕੋਈ ਵੀ ਘੱਲੂਘਾਰਾ ਹੁੰਦਾ ਨਹੀਂ, ਓਕੇ, ਇਹ ਕੀਤੇ ਜਾਂਦੇ ਆ, ਹਿੱਤ ਟਕਰਾਉਂਦੇ ਆ ਲੋਕਾਂ ਦੇ ਤੇ ਰਾਜ ਕਰਦਾ ਸ਼੍ਰੇਣੀਆਂ ਦੇ। ਯਾਦ ਰੱਖਿਓ, ਪਹਿਲਾ ਛੋਟਾ ਘੱਲੂਘਾਰਾ ਹੋਇਆ ਜਸਪਤ ਰਾਏ ਤੇ ਲਖਪਤ ਰਾਏ, ਮੁਗਲਾਂ ਦੇ ਅਹਿਲਕਾਰ ਸੀ। ਬਿਲਕੁਲ, ਉਹਨਾਂ ਨੇ ਉਂਗਲ ਦਿੱਤੀ ਲਾਹੌਰ ਦੇ ਸੂਬੇਦਾਰ ਨੂੰ, ਤੇ ਕਾਹਨੂੰਵਾਨ ਦਾ ਛੋਟਾ ਘੱਲੂਘਾਰਾ ਹੋਇਆ, ਜਿਹਦੇ ਵਿੱਚ ਤਕਰੀਬਨ ਦੱਸਿਆ ਜਾਂਦਾ ਹੈ 8000 ਤੋਂ ਲੈ ਕੇ 12000 ਤੱਕ ਸਿੰਘ ਸ਼ਹੀਦ ਹੋਏ। ਹਾਂਜੀ। ਫਿਰ ਅਹਿਮਦ ਸ਼ਾਹ ਅਬਦਾਲੀ ਆਇਆ, ਵੱਡਾ ਘੱਲੂਘਾਰਾ ਹੋਇਆ ਕੁੱਪਰ ਹੀੜੇ, ਔਰ ਉਹਦੇ ਵਿੱਚ ਕੌਣ ਸੀ ਸ਼ਾਮਲ? ਅਹਿਮਦ ਸ਼ਾਹ ਅਬਦਾਲੀ ਨੇ ਤਾਂ ਆਉਣਾ ਸੀ। ਲਾਹੌਰ ਦਾ ਗਵਰਨਰ, ਸੂਬੇਦਾਰ ਲਾਹੌਰ, ਜਲੰਧਰ, ਸਰਹੰਦ, ਮਲੇਰਕੋਟਲਾ, ਮੁਲਤਾਨ। ਸੋਚ ਸਕਦੇ ਹੋ, ਆਪਣੇ ਦੇਸ਼ ਦੇ ਲੋਕ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਸੀ, ਜਿਹੜੇ ਰਾਜ ਕਰਦਾ ਸ਼੍ਰੇਣੀ ਦੇ ਜਾਂ ਤਾਂ ਦਲਾਲ ਸੀ ਜਾਂ ਅਧਿਕਾਰੀ ਸੀ। ਤੇ ਨਿਹੰਗ ਸਿੰਘ ਵਿਚਾਰੇ ਗਰੀਬੜੇ, ਕੋਲੇ ਕੱਖ ਨਾ, ਘੋੜਿਆਂ ਦੀਆਂ ਕਾਠੀਆਂ ਤੇ ਪੈਣ ਵਾਲੇ ਤੇ ਬਹਿਣ ਵਾਲੇ ਲੋਕ। ਦੱਸਿਆ ਜਾਂਦਾ ਕਿ 55,000 ਸੀਗੇ ਉਹ, ਭੁੱਖੇ ਢਿੱਡੋਂ, ਮਗਰ ਐਡੀ ਵੱਡੀ 2.5 ਲੱਖ ਤੋਂ ਵੱਧ ਅਬਦਾਲੀ ਦੀ ਫੌਜ। ਅਕਸਰ ਹੁੰਦਾ ਤਾਂ ਇਹ ਸੀ ਕਿ ਸਾਡੇ ਲੋਕੀ ਲੱਖਾਂ 'ਚ ਹੁੰਦੇ ਸੀ ਤੇ ਬਾਬਰ ਵਰਗੇ 10 ਜਾਂ 12,000 ਆਉਂਦੇ ਸੀ। ਇਸ ਵਾਰੀ ਗੱਲ ਉਲਟ, ਇਹ ਵਿਚਾਰੇ ਨਿਹੰਗ ਸਿੰਘ 55,000, ਜਿਨ੍ਹਾਂ 'ਚ ਬੱਚੇ, ਬੁੱਢੇ, ਔਰਤਾਂ, ਬਿਮਾਰ, ਪਰਿਵਾਰਾਂ ਸਮੇਤ। ਕੋਈ ਫੌਜੀ ਨਹੀਂ ਸੀ, ਉਹ ਕੋਈ ਲੜਦੇ ਮਰਦੇ ਨਹੀਂ ਸੀ, ਉਹ ਤਾਂ ਵਕਤ ਕੱਟੀ ਕਰਦੇ ਸੀ। ਉਹਨਾਂ ਨੂੰ ਘੇਰਿਆ ਗਿਆ ਔਰ ਉਹਨੂੰ
ਕੁਪਰੀੜੇ ਦੇ ਮੈਦਾਨ 'ਚ ਘੇਰਿਆ। ਹਿੰਦੁਸਤਾਨ ਦੀ ਰਾਜ ਕਰਦਾ ਸ਼ੇਰਣੀ ਉਹਦੇ ਨਾਲ, ਔਰ ਦੱਸਿਆ ਜਾਂਦਾ ਕਿ ਘੱਟੋ ਘੱਟ 35,000 ਬੰਦਾ ਸ਼ਹੀਦ ਹੋਇਆ। 2 ਘੱਲੂਘਾਰੇ ਹੋਏ ਹਾਂ। ਜਿਹੜੇ ਤੁਸੀਂ ਦੱਸੇ, ਹਾਂ ਦੋਨੋਂ ਮੁਸਲਿਮ ਕਮਿਊਨਿਟੀ ਜਾਂ ਰਾਜ ਵਿੱਚ ਹੋਏ। ਹੋਏ। ਔਰ ਜਿਹੜਾ ਤੀਸਰਾ ਹੋਇਆ ਹਾਂ। ਉਹਦੇ 'ਚ ਤਾਂ ਆਪਣੀ ਸਰਕਾਰ ਵੀ ਸੀ, ਹਾਂ, ਬਿਲਕੁਲ ਆਪਣਾ ਰਾਜ ਵੀ ਵੀ ਸੀ, ਸੀ। ਫਿਰ ਤੀਸਰਾ ਕਿਉਂ ਹੋਇਆ? ਹਾਂ, ਇਹ ਤੁਹਾਡਾ ਸਵਾਲ ਬਹੁਤ ਗਹਿਰਾ ਹੈ। ਕਈ ਵਾਰੀ ਆਪਾਂ ਨੂੰ ਲੱਗਦਾ ਕਿ ਆਪਣੇ ਦੇਸ਼ ਦੀ ਆਪਣੀ ਸਰਕਾਰ ਹੈ, ਪਰ ਤੁਹਾਡੀਆਂ ਕਈ ਵਾਰੀ ਚੁਣੀਆਂ ਸਰਕਾਰਾਂ ਵੀ ਤੁਹਾਡੀਆਂ ਨਹੀਂ ਹੁੰਦੀਆਂ। ਜਦੋਂ ਦੇਸ਼ ਬੇਸ਼ੱਕ ਅਸੀਂ ਕਹਿਣ ਨੂੰ ਤਾਂ ਲੋਕ ਰਾਜ ਬਣਾ ਲਿਆ, ਪਰ ਅਸੀਂ ਮਾਨਸਿਕ ਤੌਰ ਤੇ ਲੋਕ ਰਾਜ ਦੇ ਕਾਬਿਲ ਨਹੀਂ ਹਾਂ। ਸਾਡੇ ਲੋਕ ਰਾਜ ਜੜਕਾ 'ਚ ਹੈ, ਫਿਰਕਾ ਪ੍ਰਸਤੀ 'ਚ, ਜਾਤ ਪਾਤ 'ਚ, ਉੱਚ ਨੀਚ 'ਚ। ਇਹ ਸਾਡੀ ਲੋਕ ਰਾਜ ਦੀਆਂ ਜੜ੍ਹਾਂ ਹੈ ਸਾਡੀਆਂ। ਅਸੀਂ ਜਾਗੇ ਹੋਏ ਲੋਕਤੰਤਰ ਦੇਸ਼ ਨਹੀਂ ਆ, ਜਿਵੇਂ ਅਮਰੀਕਾ ਹੈ, ਫਰਾਂਸ ਹੈ, ਇਟਲੀ ਹੈ, ਸਪੇਨ ਹੈ, ਸਵਿਟਜ਼ਰਲੈਂਡ ਹੈ। ਇਹਨਾਂ ਵਰਗੀ ਸਾਡੇ ਕੋਲ ਡੈਮੋਕ੍ਰੇਸੀ ਲੋਕਤੰਤਰ ਦੀ ਭਾਵਨਾ ਨਹੀਂ ਹੈ। ਸਾਡੇ ਤਾਂ ਅਨਪੜ੍ਹ ਲੋਕ ਨੇ ਵਿਚਾਰੇ, ਤੇ ਉਹਨਾਂ ਨੂੰ ਅਸੀਂ ਫਿਰਕਾ ਪ੍ਰਸਤੀ ਦੇ ਵਿੱਚ ਵੰਡ ਕੇ ਹਿੰਦੂ ਸਿੱਖ ਤੇ ਮੁਸਲਮਾਨ ਬਣਾ ਕੇ ਵੋਟਾਂ ਲੈ ਲੈਂਦੇ ਹਾਂ। ਔਰ ਗਰੀਬ ਬੰਦਾ ਫਿਰਕਾ ਪ੍ਰਸਤੀ ਦਾ ਸ਼ਿਕਾਰ ਹੁੰਦਾ, ਯਾਦ ਰੱਖੋ। ਤੇ ਰਾਜ ਕਰਦਾ ਸ਼੍ਰੇਣੀ ਜਿਹੜੀ ਸਾਡੀ ਵੋਟਾਂ ਲੈ ਕੇ ਤੇ ਚੌਧਰ ਕਰਦੀ ਹੈ। ਜਦੋਂ ਨੂੰ ਕਿਤੋਂ ਫਰਕ ਲੱਗਦਾ ਵੀ ਕਿਤੇ ਨਾ ਕਿਤੇ ਮੈਨੂੰ ਖਤਰਾ ਹੈ, ਫਿਰ ਉਹ ਘੱਲੂ ਘਾਰੇ ਦੀਆਂ ਨਾ ਬੁਨਿਆਦਾਂ ਘੜਦੀ ਹੈ, ਨੀਹਾਂ ਰੱਖਦੀ ਹੈ। ਤੇ ਇਸ ਤਰ੍ਹਾਂ ਨਹੀਂ ਰੱਖੇਗੀ। ਨੀਂਹ ਕਿਸ ਤਰ੍ਹਾਂ ਰੱਖੀ ਕਿ ਪੰਜਾਬ ਦੇ ਕੁਛ ਹਿੱਤ ਸੀ। ਪਹਿਲੀ ਗੱਲ ਤਾਂ ਜਦੋਂ ਦੇਸ਼ ਆਜ਼ਾਦ ਹੋਇਆ, ਬੋਲੀ ਦੇ ਆਧਾਰ ਤੇ ਸੂਬਿਆਂ ਦਾ ਨਿਰਮਾਣ ਹੋਇਆ। ਇਕੱਲਾ ਪੰਜਾਬ ਰਹਿ ਗਿਆ, ਮਦਰਾਸ 'ਚ ਹੋ ਗਿਆ, ਮਹਾਰਾਸ਼ਟਰ ਤੇ ਗੁਜਰਾਤ 'ਚ ਹੋ ਗਿਆ। ਜਦੋਂ ਪੰਜਾਬ ਦੀ ਵਾਰੀ ਆਈ ਤੇ ਆਨਾ ਕਰਨੀ ਸ਼ੁਰੂ ਹੋ ਗਈ। ਸਮੱਸਿਆ ਕੀ ਸੀ ਬਈ? ਇੱਥੋਂ ਦੇ ਲੋਕਾਂ ਦੀ ਭਾਸ਼ਾ ਪੰਜਾਬੀ, ਬੰਦੇ ਪੰਜਾਬੀ, ਸਾਰੇ ਜੁੜ ਕੇ ਪਾਕਿਸਤਾਨ 'ਚੋਂ ਵਿਚਾਰੇ ਆਏ ਹੋਏ, ਤੇ ਉਹਨਾਂ ਦਾ ਸੂਬਾ ਬਣਾਉਣ ਦੇਣ 'ਚ ਕੀ ਫਰਕ? ਜੇ ਸਮਾਂ ਇਹਨਾਂ ਦੀ 1955-56 ਦੇ ਵਿੱਚ ਹੀ ਸੂਬਾ ਬਣ ਜਾਂਦਾ, ਕੋਈ ਸਮੱਸਿਆ ਨਹੀਂ ਸੀ, ਕੋਈ ਰੌਲਾ ਹੀ ਨਹੀਂ ਸੀ। ਇੱਕ ਤਾਂ ਸੂਬੇ ਦੀ ਸਮੱਸਿਆ ਆਈ, ਸੂਬੇ ਤੋਂ ਬਾਅਦ ਫਿਰ ਪਾਣੀਆਂ ਦੀ ਸਮੱਸਿਆ ਆ ਗਈ। ਜਦੋਂ ਸੂਬਾ ਬਣਾਇਆ 1966 'ਚ ਪਾਣੀ ਦੀ ਸਮੱਸਿਆ ਵਿੱਚ ਰਹਿ ਗਈ। ਜਿਹੜਾ ਹੱਕ ਲੋਕਾਂ ਦਾ ਹੱਕ ਸੀ ਨਾ, ਸਟੇਟਾਂ ਦਾ, ਉਹ ਸੈਂਟਰ ਨੇ ਆਪਦੇ ਕਬਜ਼ੇ 'ਚ ਕਰ ਲਿਆ ਪਾਣੀਆਂ ਦੇ ਉੱਤੇ। ਵੀ ਜਿਹਨੂੰ ਮਰਜ਼ੀ ਦੇਵੇ ਤੇ ਜਦੋਂ ਮਰਜ਼ੀ ਦੇਵੇ ਤੇ ਜਿੰਨਾ ਮਰਜ਼ੀ ਦੇਵੇ, ਫੈਸਲੇ ਉਹ ਕਰੂਗਾ। ਨਹੀਂ, ਖਾਲਿਸਤਾਨ ਦੀ ਮੰਗ ਠੀਕ ਸੀਗੀ। ਮੈਂ ਦੱਸਾਂ ਤੈਨੂੰ, ਖਾਲਿਸਤਾਨ ਦੀ ਮੰਗ ਜੇ ਤੁਸੀਂ ਗਹਿਰੇ ਵਿੱਚ ਦੇਖੋ, ਇਹਦੀ ਕਿਹਨੇ ਕਰਵਾਈ? ਜੇ ਬਹੁਤ ਗਹਿਰੇ 'ਚ ਜਾਓਗੇ ਤੁਹਾਨੂੰ ਪਤਾ ਲੱਗੂ ਇਹ ਵੀ ਕਿ ਸ਼ਰਾਰਤ ਦਾ ਹਿੱਸਾ ਸੀਗਾ, ਔਰ ਹਿੰਦੁਸਤਾਨ ਦੀ ਸਟੇਟ ਦਾ ਹਿੱਸਾ ਸੀਗਾ ਇਹ ਸ਼ਰਾਰਤ ਦਾ। ਕਦੇ ਕਦੇ ਜੇ ਖਾਲਿਸਤਾਨ ਦੀ ਮੰਗ ਹੀ ਕਰਨੀ ਹੁੰਦੀ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਗੱਲ ਕੀਤੀ ਉਦੋਂ ਖਾਲਿਸਤਾਨ ਦੀ ਵੀ ਗੱਲ ਕਰ ਲੈਂਦੇ। ਕਿਹੜਾ ਕਿਸੇ ਨੇ ਹਟਾਏ ਸੀ? ਪਾਕਿਸਤਾਨ ਤੇ ਹਿੰਦੁਸਤਾਨ ਦੀ ਮੰਗ ਕਰਨਾ ਕੀ ਇਹ ਰਾਸ਼ਟਰਵਾਦ ਹੈ ਜਾਂ ਦੇਸ਼ ਨਾਲ ਗਦਾਰੀ ਹੈ? ਇਹਨਾਂ 'ਚ ਪਹਿਲਾਂ ਤਾਂ ਸਿੱਧ ਕਰ ਲੈਣਾ। ਜੇ ਤਾਂ ਰਾਸ਼ਟਰਵਾਦ ਹੈ ਤਾਂ ਖਾਲਿਸਤਾਨ ਵੀ ਰਾਸ਼ਟਰਵਾਦ ਹੈ, ਜੇ ਗਦਾਰੀ ਹੈ ਤਾਂ ਇਹ ਖਾਲਿਸਤਾਨ ਵੀ ਗਦਾਰੀ ਹੈ। ਜੇ ਦੋ ਦੂਜੇ ਮੰਗਾਂ ਕਰਕੇ ਤੇ ਇਹਦੇ ਟੁਕੜੇ ਕਰਾ ਕੇ 10 ਲੱਖ ਤੋਂ ਵੱਧ ਬੰਦਾ ਮਰਵਾ ਕੇ 2 ਕਰੋੜ ਤੋਂ ਵੱਧ ਬੰਦਾ ਉਜਾੜ ਕੇ ਗੱਦੀ ਤੇ ਬਹਿੰਦੇ ਆ, ਉਹ ਤੋਂ ਤਾਂ ਕੋਈ ਪਾਪ ਨਹੀਂ। ਇਹ ਫਿਰ ਘੱਲੂਘਾਰਾ ਕਿਉਂ ਹੋਇਆ? ਇਹੀ ਦੱਸਦਾ ਨਾ, ਘੱਲੂਘਾਰਾ ਕੀ ਸੀ ਅਸਲ ਦੇ ਵਿੱਚ। ਤੇ ਪੰਜਾਬ ਦੇ ਹਿੱਤਾਂ ਦੇ ਵਿੱਚ ਜਦੋਂ ਗੱਲ ਪ੍ਰਚੰਡ ਅਵਸਥਾ 'ਚ ਆ ਗਈ, ਔਰ ਦੇਸ਼ ਦੀਆਂ ਏਜੰਸੀਆਂ ਨੇ ਫਿਰ ਆਪਣੀਆਂ ਕਰਤੂਤਾਂ ਕਰਵਾਈਆਂ। ਓਕੇ, ਇਹ ਗੱਲ ਜਦੋਂ ਪੂਰੀ ਤਰ੍ਹਾਂ ਵਾਈਟ ਪੇਪਰ ਜਾਰੀ ਹੋਵੇਗਾ, ਪੂਰੀ ਤਰ੍ਹਾਂ ਸਹੀ, ਸਾਰੀਆਂ ਤਰ੍ਹਾਂ ਸਹੀ ਤਰ੍ਹਾਂ ਵਿੱਚ ਬਹਿ ਕੇ ਕਰਨਗੀਆਂ ਇਮਾਨਦਾਰੀ ਨਾਲ। ਇਹ ਨਹੀਂ ਵੀ ਇਕੱਲੀ ਪਾਰਟੀ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਰਨਗੀਆਂ, ਦੋਸ਼ੀ ਆਪਣੇ ਆਪ ਸਾਹਮਣੇ ਆ ਜਾਊਗਾ, ਔਰ ਲੋਕਾਂ ਨੂੰ ਪਤਾ ਵੀ ਕਿਹੜਾ ਦੋਸ਼ੀ ਆ। ਇਹ ਵੀ ਪੱਕੀ ਗੱਲ ਹੈ। ਇਹ ਮੱਥ ਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ, ਔਰ ਇਹ ਸਾਰੇ ਘੱਲੂਘਾਰਾ, ਇਹ ਤਾਂ ਲੋੜ ਹੀ ਨਹੀਂ ਸੀ। ਕਿਹੜਾ ਘੱਲੂਘਾਰਾ ਸੀ ਇਹ?
ਨਹੀਂ ਗੱਲ ਇਹ ਆਈ ਹਾਂ, ਨਾ ਕੁਛ ਵੀ ਨਹੀਂ ਸੀ। ਨਹੀਂ ਉੱਥੇ ਲੋਕ ਕਹਿੰਦੇ ਨੇ ਕਿ ਭਿੰਡਰਾਂ ਵਾਲੇ ਉੱਥੇ ਅੰਦਰ ਰਹਿੰਦਾ ਸੀ। ਹਾਂ ਮੰਨਿਆ ਬੈਠਾ। ਇੰਦਰਾ ਗਾਂਧੀ ਆਈ, ਹਾਂ। ਇੰਦਰਾ ਗਾਂਧੀ ਨੇ ਆਦੇਸ਼ ਦਿੱਤਾ ਫੌਜ ਨੂੰ ਹਾਂ, ਕਿ ਉਹਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਉਹ ਮਾਹੌਲ ਖਰਾਬ ਕਰ ਰਿਹਾ ਹੈ, ਟਾਈਮ ਖਰਾਬ ਕਰ ਰਿਹਾ ਹੈ। ਉਧਰੋਂ ਕਹਿੰਦੇ ਜਦੋਂ ਅਸੀਂ ਗ੍ਰਿਫਤਾਰੀ ਕਰ ਲਾਂਗੇ ਉਧਰੋਂ ਗੋਲੀਆਂ ਚੱਲੀਆਂ ਤੇ ਸਾਨੂੰ ਮਜਬੂਰਨ ਫਿਰ ਝੂਠ ਮਾਰਦੇ ਨੇ। ਵੇਖੋ ਇਹ ਸਾਰੇ ਚੀਜ਼ ਦਾ ਪਹਿਲਾਂ ਬਈ ਜੀ ਪਹਿਲਾਂ ਇੱਕ ਤਿਆਰੀ ਕੀਤੀ ਗਈ ਹੈ ਬਾਕਾਇਦਾ। ਉਸ ਤਿਆਰੀ ਵਿੱਚ ਮਾਰਗਰੇਟ ਥੈਚਰ ਦਾ ਹੱਥ ਹੈ ਨਾਲ। ਦੇਖੋ ਔਰ ਉਹ ਕਾਗਜ਼ ਬਾਹਰ ਆ ਰਹੇ ਨੇ ਔਰ ਪੂਰੇ ਕਾਗਜ਼ ਜਦੋਂ ਬਾਹਰ ਆਏ ਕਿਉਂਕਿ ਉੱਥੇ 30 ਸਾਲ ਤੋਂ ਬਾਅਦ ਡਾਕੂਮੈਂਟਸ ਜਿਹੜੇ ਨੇ ਉਹ ਪਬਲਿਕ ਦੇ ਵਿੱਚ ਜ਼ਾਹਰ ਹੋ ਜਾਂਦੇ ਆ। ਹੁਣ ਜਿਹੜੀ ਉੱਥੋਂ ਦੀ ਪਾਰਟੀ ਹੈ ਨਾ ਜਿਹੜੀ ਡੈਮੋਕ੍ਰੇਟ ਪਾਰਟੀ ਲੋਕ ਰਾਜ ਵਾਲੇ ਉਹ ਆਦੇ ਵੀ ਉਹਨਾਂ ਦਾ ਚੋਣ ਮੈਨੀਫੈਸਟੋ ਦਾ ਹਿੱਸਾ ਬਣ ਗਿਆ ਵੀ ਜਦੋਂ ਸਾਡੇ ਹੱਥ 'ਚ ਰਾਜ ਆਇਆ ਹੀ ਦੱਸਾਂਗੇ ਵੀ ਆਹ ਕੰਮ ਹੋਇਆ। ਮਾਰਗਰੇਟ ਥੈਚਰ ਦਾ 'ਚ ਕੀ ਕੰਮ ਹੈ? ਉਹ ਮਾਸੀ ਦੀ ਕੁੜੀ ਆਪਣੇ ਮੁਲਕ ਦੀ। ਸਾਡਾ ਕੀ ਉਹ ਸਾਡੇ ਨਾਲ ਹਮਦਰਦੀ ਰੱਖਦੇ ਨੇ ਜਾਂ ਪਹਿਲਾਂ ਸਾਡੇ ਨਾਲ 200 ਵਾਰ ਹਮਦਰਦੀ ਕੀਤੀ ਹੈ? ਉਹਦੇ ਵਾਸਤੇ ਉਹਨਾਂ ਤੋਂ ਕੀ ਪੁੱਛਣ ਵਾਲੀ ਗੱਲ ਹੈ ਜਿਹੜਾ ਸਾਨੂੰ ਨਹੀਂ ਪਤਾ ਜਾਂ ਸਾਡੇ ਮੁਲਕ ਦੇ ਲੋਕਾਂ ਨੂੰ ਨਹੀਂ ਪਤਾ? ਇਹ ਸਾਰੀਆਂ ਗੱਲਾਂ ਸ਼ਰਾਰਤ ਦਾ ਹਿੱਸਾ ਸੀ ਔਰ ਬਾਕਾਇਦਾ ਪੰਜਾਬ ਦਾ ਅੱਤਵਾਦ ਸ਼ਰਾਰਤ ਦੇ ਅਧੀਨ ਪੈਦਾ ਕੀਤਾ ਗਿਆ। ਕਮਾਲ ਦੀ ਗੱਲ ਤਾਂ ਇਹ ਹੈ। ਔਰ ਫਿਰ ਵੀ ਕਮਾਲ ਹੈ ਕਿ ਪੰਜਾਬ 'ਚ ਦੰਗੇ ਨਹੀਂ ਭੜਕੇ। ਨਹੀਂ ਘੱਲੂਘਾਰੇ ਤੋਂ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਹੋਈ। ਉਹ ਹੱਤਿਆ ਕਿਹਨੇ? ਹਾਂ ਹੁਣ ਵੇਖੋ ਹੁਣ ਦੰਗੇ ਹੋਏ ਫਿਰ। ਨਹੀਂ ਮੈਂ ਦੰਗੇ ਕਿਹਨੇ ਬਾਹਰ ਕੀਤੇ? ਪੰਜਾਬ 'ਚ ਨਹੀਂ ਹੋਇਆ। ਕਮਾਲ ਨਹੀਂ, ਪੰਜਾਬ 'ਚ ਦੰਗਾ ਨਹੀਂ ਹੋਇਆ। ਔਰ ਇਸ ਗੱਲ ਦੀ ਚਿੰਤਾ ਹੋਈ ਵੀ ਪੰਜਾਬ 'ਚ ਦੰਗਾ ਕਿਉਂ ਨਹੀਂ ਹੋਇਆ ਬਈ। ਇਹ ਵੀ ਨਾਲ ਹੈ ਬਾਹਰ ਦੰਗੇ ਹੋਏ ਪੰਜਾਬ 'ਚ ਦੰਗਾ ਨਹੀਂ ਹੋਇਆ। ਇਹ ਚਿੰਤਾ ਦਾ ਵਿਸ਼ਾ ਵੀ ਕਿਉਂ ਨਹੀਂ ਦੰਗਾ ਹੋਇਆ। ਇਹ ਵੀ ਨਾਲ ਹੈ। ਨਹੀਂ ਇੱਕ ਗੱਲ ਹੋਰ ਕਹੀ ਜਾਂਦੀ ਹੈ ਕਿ ਜਿਹੜੇ ਭਿੰਡਰਾਂ ਵਾਲਾ ਸੀਗਾ ਉਹਨੂੰ ਬਣਾਉਣ ਵਾਲੇ ਹੀ ਕਾਂਗਰਸੀ ਸੀਗੇ। ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਕਿ ਉਹਨੂੰ ਕਿਸੇ ਨੇ ਤਾਂ ਸ਼ਿੰਗਾਰਿਆ। ਉਹ ਤਾਂ ਇੱਕ ਸਧਾਰਨ ਸੰਤ ਸੀ, ਪਾਠ ਕਰਨ ਵਾਲਾ ਬੰਦਾ ਸੀ, ਬਹੁਤਾ ਪੜ੍ਹਿਆ ਵੀ ਨਹੀਂ ਸੀ। ਇਹ ਪੱਕੀ ਗੱਲ ਹੈ। ਇੱਕ ਡੇਰੇ ਦੇ ਵਿੱਚ ਉਹ ਪਲਿਆ ਸੀ, ਉੱਥੇ ਉਹਦੀ ਪਰਵਰਿਸ਼ ਹੋਈ ਸੀ। ਸੰਤ ਭਿੰਡਰਾਂ ਵਾਲਾ ਜਿਹੜਾ ਨਾ ਡੇਰਾ ਕਰਤਾਰ ਸਿੰਘ ਭਿੰਡਰ, ਉਹਨਾਂ ਦੇ ਗਾਂ ਸੰਤ ਸੀ, ਗਰੀਬੜੇ ਬੰਦੇ ਸੀ, ਕੋਈ ਐਸੀ ਗੱਲ ਹੀ ਨਹੀਂ ਸੀ। ਕਿਉਂ ਖੜਾ ਕੀਤਾ ਗਿਆ? ਜੇ ਅਗਰ ਕਿਸੇ ਨੇ ਵੀ ਖੜਾ ਕੀਤਾ ਕਿਉਂ ਖੜਾ ਕੀਤਾ? ਉਹ ਤਾਂ ਕੱਲਾ ਨਹੀਂ ਖੜਾ ਕੀਤਾ ਗਿਆ, ਉਹਨਾਂ ਨੇ ਬੜੇ ਖੜੇ ਕੀਤੇ, ਬਹੁਤ ਖੜੇ ਕੀਤੇ। ਕੱਲਾ ਥੋੜਾ ਉਹਨੂੰ ਖੜਾ ਕੀਤਾ। ਉਹਨੂੰ ਤਾਂ ਪਤਾ ਵੀ ਨਹੀਂ ਸੀ ਕਿ ਮੈਨੂੰ ਕੌਣ ਖੜਾ ਕਰਦਾ। ਇਹ ਪੱਕੀ ਗੱਲ ਹੈ। ਉਹਨੂੰ ਨਹੀਂ ਪਤਾ ਸੀ ਕਿ ਮੈਨੂੰ ਕੌਣ ਖੜੇ ਕਰ ਰਿਹਾ। ਨਾ 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 ਇੰਨਾ ਵਿਚਾਰੇ 'ਚ ਵਿਜ਼ਨ ਹੀ ਨਹੀਂ ਸੀ। ਇੰਨਾ 'ਚ ਕਿਹੜੀ ਉਹਦੇ ਕੋਲ ਕੁਆਲੀਫਿਕੇਸ਼ਨ ਸੀ ਜਿਹੜਾ ਰਾਜਨੀਤਿਕ ਤੌਰ 'ਤੇ ਇੰਨੀ ਗਹਿਰਾਈ ਨਾਲ ਇਹਨਾਂ ਦਾ ਅੰਦਾਜ਼ਾ ਲਾ ਲੈਂਦਾ। ਭਾਰਤ ਦੇ ਵਿੱਚ ਆਮ ਤੌਰ 'ਤੇ ਜਿਨ੍ਹਾਂ ਨੂੰ ਧਾਰਮਿਕ ਸੰਤ ਕਿਹਾ ਜਾਂਦਾ ਹੈ ਉਹ ਇੰਨੇ ਰਾਜਨੀਤਿਕ ਵਿਜ਼ਨ, ਦ੍ਰਿਸ਼ਟੀ ਜਾਂ ਨਜ਼ਰੀਆ ਨਹੀਂ ਰੱਖਦੇ। ਉਹ ਰਾਜਨੀਤਿਕ ਲੋਕਾਂ ਦੀਆਂ ਕਰਤੂਤਾਂ ਦਾ ਸ਼ਿਕਾਰ ਜ਼ਰੂਰ ਹੋ ਜਾਂਦੇ ਆ। ਔਰ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਹਾਲਾਤ ਵਰਤੇ ਔਰ ਹੋਏ ਔਰ ਇਹ ਘੱਲੂਘਾਰਾ ਹੋਇਆ। ਅਨੰਦਪੁਰ ਸਾਹਿਬ ਦਾ ਮਤਾ ਹਾਂ ਘੱਲੂਘਾਰੇ ਨਾਲ ਕਿੰਨਾ ਤਾਲੁਕਾਤ ਰੱਖਦਾ? ਹੋਰ ਵੇਖੋ ਅਨੰਦਪੁਰ ਸਾਹਿਬ ਦਾ ਮਤਾ ਕੀ ਚੀਜ਼ ਸੀ? ਜੇ ਉਹਦਾ ਨਾਂ ਚੰਡੀ ਮੰਦਿਰ ਦਾ ਮਤਾ ਰੱਖਣ ਦੇ ਫਿਰ ਕੀ ਕਰਦੇ? ਉਹਦੇ ਵਿੱਚ ਕੀ ਹੈ ਵੀ ਹਿੰਦੁਸਤਾਨ ਫੈਡਰਲ ਢਾਂਚਾ ਰਹਿਣਾ ਚਾਹੀਦਾ, ਰਾਜਾਂ ਦੇ ਅਧਿਕਾਰ ਵੱਧ ਹੋਣੇ ਚਾਹੀਦੇ ਆ। ਆਈ ਹੈ ਜਿਵੇਂ ਅਮਰੀਕਾ ਦਾ ਫੈਡਰਲ ਢਾਂਚਾ ਹੈ ਉਵੇਂ ਜ਼ਿਕਰ ਹਿੰਦੁਸਤਾਨ ਦਾ ਫੈਡਰਲ ਢਾਂਚਾ ਰਹਿਣਾ ਚਾਹੀਦਾ, ਸੰਘਾਤਮਕ ਢਾਂਚਾ ਜਿਹਨੂੰ ਪੰਜਾਬੀ 'ਚ ਕਹਿੰਦੇ ਆ। ਹੁਣ ਇੱਥੇ ਕੀ ਸਮੱਸਿਆ ਹੁੰਦੀ ਹੈ ਕਿ ਅਮਰੀਕਾ ਦਾ ਜਿਹੜਾ ਸੰਘ ਹੈ ਉਹ ਰਾਜਾਂ ਨੇ ਮਿਲ ਕੇ ਬਣਾਇਆ। ਜਦੋਂ ਅਮਰੀਕਾ ਨੇ ਇੰਗਲੈਂਡ ਨੂੰ ਆਜ਼ਾਦੀ ਪ੍ਰਾਪਤ ਕੀਤੀ, ਇੰਗਲੈਂਡ ਨੂੰ ਭਜਾਇਆ, ਉਹਨਾਂ ਨੇ ਸੰਘ ਬਣਾ ਲਿਆ। ਆਪਣੇ ਗੱਲ ਉਲਟ ਹੋਈ, ਆਪਣੇ ਕੇਂਦਰ ਵਾਲਿਆਂ ਨੇ ਰਾਜਾਂ ਨੂੰ ਤਾਕਤਾਂ ਦਿੱਤੀਆਂ, ਆਪਣੀ ਮਰਜ਼ੀ ਨਾਲ ਦੇ ਦਿੱਤੀਆਂ, ਮਰਜ਼ੀ ਨਾਲ ਲੈ ਲਈਆਂ। ਸਾਡੇ ਢਾਂਚਾ ਜਦੋਂ ਮਰਜ਼ੀ ਵਾਪਸ ਲੈ ਲੇ। ਉਹ ਅਮਰੀਕਾ ਨਹੀਂ ਲੈ ਸਕਦਾ, ਆਪਣੇ ਲੈ ਸਕਦਾ। ਕਹਿੰਦੇ ਤਾਂ ਹੀ ਤਾਂ ਕਹਿੰਦੇ ਕਦੇ ਏਕ ਰਾਸ਼ਨ, ਏਕ ਨੇਸ਼ਨ, ਇਹੋ ਜਿਹੀਆਂ ਗੱਲਾਂ ਕਰਦੇ ਆ ਨਾ। ਹਿੰਦੁਸਤਾਨ ਵੈਸੇ ਹੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਰਾਸ਼ਟਰ ਹੈ, ਪਰ ਉਹ ਯੂਰਪ ਦੇ ਲੰਡੂਆਂ ਰਾਸ਼ਟਰਾਂ ਵਰਗਾ ਰਾਸ਼ਟਰ ਨਹੀਂ ਹੈ। ਕਿਸੇ ਨਾਲੋਂ 20 ਗੁਣਾ ਵੱਡਾ ਹੈ, ਕਿਸੇ ਨਾਲੋਂ 21 ਗੁਣਾ ਵੱਡਾ ਹੈ, ਕਿਸੇ ਨਾਲੋਂ 28 ਗੁਣਾ ਵੱਡਾ ਹੈ, ਕਿਸੇ ਨਾਲੋਂ 36 ਗੁਣਾ ਵੱਡਾ ਹੈ। ਉਹ ਵੀ ਰਾਸ਼ਟਰ ਨੇ। ਇਹ ਬਹੁਤ ਰਾਸ਼ਟਰਾਂ ਦਾ ਸੰਘ ਹੈ ਔਰ ਉਹਨਾਂ ਦੀ ਪਛਾਣ, ਉਹਨਾਂ ਦੀ ਭਾਸ਼ਾ, ਉਹਨਾਂ ਦਾ ਜਿਹਨੂੰ ਇਥੋਸ ਕਹਿੰਦੇ ਆ,
ਉਹਨਾਂ ਦਾ ਮਾਨ ਸਨਮਾਨ ਰਹਿਣਾ ਚਾਹੀਦਾ, ਉਹਨਾਂ ਦੇ ਆਰਥਿਕ ਹਿੱਤਾਂ ਦੀ ਰਾਖੀ ਰਹਿਣੀ ਚਾਹੀਦੀ ਹੈ। ਉਦੋਂ ਜਦੋਂ ਚਲੋ ਜਦੋਂ ਇਹ ਘੱਲੂਘਾਰਾ ਹੋਇਆ ਹਾਂ। ਉਦੋਂ ਜੋ ਮੌਜੂਦਾ ਸਿਆਸਤਦਾਨ ਸੀਗੇ ਹਾਂ। ਕਿਸੇ ਵੀ ਪਾਰਟੀ ਦੇ ਹੋਣ, ਹਾਂ। ਅਗਰ ਉਹ ਚਾਹੁੰਦੇ ਹਾਂ। ਤਾਂ ਸ਼ਾਇਦ ਘੱਲੂਘਾਰੇ ਨੂੰ ਬਚਾਇਆ ਜਾ ਸਕਦਾ ਸੀ। ਬਾਕਾਇਦਾ ਕੁਝ ਵੀ ਨਹੀਂ ਸੀ ਗੱਲ। ਮੇਰੇ ਯਾਦ ਹੈ ਕਿ ਮੈਂ 25 ਮਈ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ ਬੈਠਾ। ਮੇਰੇ ਨਾਲ ਇੱਕ ਮੇਰਾ ਦੋਸਤ ਹੋਰ ਵੀ ਸੀ, ਉਹਦੀ ਡੈਥ ਹੋ ਗਈ ਵਿਚਾਰੇ ਦੀ। ਬਾਬਾ ਬੈਠੇ ਗੱਲਾਂ ਬਾਤਾਂ ਕਰ ਰਹੇ ਆ। ਅਸੀਂ ਕਹਿੰਦੇ ਬਾਬਾ ਜੀ ਆਦਾ ਕੋਈ ਨਹੀਂ ਭਾਈ, ਭਰੀ ਹੋਵੇ ਮੁੱਕ ਜੇ। ਉਸ ਵਕਤ ਜਦੋਂ ਅਸੀਂ ਬੈਠੇ ਆ, ਇੱਕ ਪੱਤਰਕਾਰ ਆਇਆ, ਗੁਰਮੁਖ, ਵੱਡੀ ਸਾਰੀ ਮਾਲਾ, ਵੱਡੀ ਸਾਰੀ ਉਮਰ ਉਹਦੀ, ਲੰਮੀ ਦਾੜੀ। ਉਹਨੇ ਜਿਹੜੇ ਸਵਾਲ ਮੈਂ ਦੱਸਦਾ ਵੀ ਲੌਂਗੋਵਾਲ ਨੇ ਉਹਦਾ ਜਵਾਬ ਕੀ ਦਿੱਤਾ। ਪਹਿਲਾਂ ਤਾਂ ਮਿੱਠਾ ਬੋਲਿਆ ਜਿਵੇਂ ਅਕਸਰ ਬੋਲਦੇ ਆ, ਫਿਰ ਬਾਬਾ ਜੀ ਕਰਕੇ ਆਪਣੇ ਸਵਾਲ ਸ਼ੁਰੂ ਕਰਤੇ। ਤੇ ਉਹ ਕਹਿੰਦਾ ਬਾਬਾ ਜੀ ਜੇ ਇੰਦਰਾ ਗਾਂਧੀ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੇ ਫਿਰ ਤੁਸੀਂ ਕੀ ਕਰੋਗੇ? ਉਹਦਾ ਭਾਈ ਅਸੀਂ ਮੋਰਚਾ ਲਾ ਰੱਖਿਆ, ਮੋਰਚੇ ਲਾਵਾਂਗੇ, ਮੋਰਚਾ ਲਾ ਰੱਖਿਆ, ਮੋਰਚੇ ਜਾਰੀ ਰੱਖਾਂਗੇ। ਸਵਾਲ ਦਾ ਜਵਾਬ ਬੜਾ ਸੋਹਣਾ ਸੀ। ਅਗਲਾ ਸਵਾਲ ਉਹਨੇ ਹੋਰ ਕੀਤਾ। ਮੈਨੂੰ ਬੜੀ ਖੁਸ਼ੀ ਹੋਈ ਜਦੋਂ ਉਹਨੇ ਉਹਦਾ ਜਵਾਬ ਦਿੱਤਾ। ਉਹ ਕਹਿੰਦਾ ਜੀ ਜੇ ਇੰਦਰਾ ਗਾਂਧੀ ਤੁਹਾਡੀ ਖਾਲਿਸਤਾਨ ਦੀ ਮੰਗ ਨਹੀਂ ਮੰਨਦੀ, ਖਾਲਿਸਤਾਨ ਦੀ ਮੰਗ, ਪਹਿਲਾਂ ਤੁਸੀਂ ਥੋੜੀ ਜਿਹੀ ਮੰਗ ਨਹੀਂ ਮੰਨਦੀ, ਕੱਲੀ ਮੰਗ ਕਿਹਾ, ਫਿਰ ਖਾਲਿਸਤਾਨ ਦੀ ਮੰਗ ਕਰਤੀ, ਤੇ ਫਿਰ ਤੁਸੀਂ ਕੀ ਕਰੋਗੇ? ਹੁਣ ਵੇਖੋ ਕੀ ਬੋਲਦੇ ਨੇ। ਉਹ ਕਹਿੰਦਾ ਵੀ ਸਾਡਾ ਖਾਲਿਸਤਾਨ ਦੀ ਮੰਗ ਦਾ ਤਾਂ ਮੋਰਚਾ ਹੀ ਨਹੀਂ, ਸਾਡਾ ਤਾਂ ਮੋਰਚਾ ਪੰਜਾਬ ਦੇ ਪਾਣੀਆਂ ਦਾ ਹੈ, ਪੰਜਾਬੀ ਭਾਸ਼ਾ ਦਾ ਹੈ, ਪੰਜਾਬੀ ਇਲਾਕੇ ਦਾ ਹੈ ਔਰ ਪੰਜਾਬ ਦੀ ਰਾਜਧਾਨੀ ਦਾ। ਖਾਲਿਸਤਾਨ ਸਾਡਾ ਮੋਰਚੇ ਦਾ ਏਜੰਡਾ ਨਹੀਂ ਹੈ। ਫਿਰ ਹੁਣ ਉਹਨੇ ਕੌੜਾ ਹੋ ਗਿਆ, ਆਦਾ ਵੀ ਤੁਸੀਂ ਸਾਡੇ ਕੁੱਟ ਕੇ ਸੰਘ 'ਚ ਖਾਲਿਸਤਾਨ ਪਾਉਂਦੇ ਹੋ। ਫਿਰ ਉਹਨੂੰ ਨਾਲੇ ਟੀਚਰ 'ਚ ਕਿਹਾ ਵੀ ਭਾਈ ਸਾਹਿਬ ਤੁਸੀਂ ਖਾਲਿਸਤਾਨ ਮੰਗ ਲਓ, ਤੁਹਾਡੀ ਬੜੀ ਸੋਹਣੀ ਦਾੜੀ ਹੈ, ਪੂਰਾ ਗੁਰਮੁਖ ਲੱਗਦਾ ਹੈ। ਆਦਾ ਬੀਬੀ ਤੈਨੂੰ ਉਹਦਾ ਖਾਲਿਸਤਾਨ ਦੇ ਦੂਗਾ, ਉਹਦਾ ਰਾਸ਼ਟਰਪਤੀ ਤੂੰ ਬਣ ਜੀ, ਅਸੀਂ ਤੇਰੀ ਪਬਲਿਕ ਬਣ ਜਾਵਾਂਗੇ। ਸਾਨੂੰ ਉਹਦਾ ਸਾਡੇ ਤੁਸੀਂ ਧੱਕ ਕੇ ਖਾਲਿਸਤਾਨ ਸਾਡੇ ਸੰਘ ਵਿੱਚ ਦੀ ਪਾਉਂਦੇ, ਉਹਦਾ ਸਾਡਾ ਤਾਂ ਮੋਰਚਾ ਹੀ ਨਹੀਂ ਆਦਾ ਹੈ। ਨਹੀਂ ਫਿਰ ਉਧਰ ਭਿੰਡਰਾਂਵਾਲੇ ਸਾਹਿਬ ਤਾਂ ਖਾਲਿਸਤਾਨ ਲਈ ਲੜ ਰਹੇ ਸੀ। ਨਹੀਂ, ਉਹ ਬਲਕਿ ਝੂਠ ਮਾਰਦੇ ਆ। ਉਹਦੇ ਮੂੰਹ 'ਚੋਂ ਇੱਕ ਗੱਲ ਜ਼ਰੂਰ ਘੁਆਈ ਗਈ, ਪਤਾ ਕੀ ਘੁਆਈ? ਵੀ ਸਾਡੀ ਖਾਲਿਸਤਾਨ ਮੰਗਤਾ ਨਹੀਂ, ਪਰ ਜੇ ਸਾਨੂੰ ਹੁਣ ਖਾਲਿਸਤਾਨ ਦੇਣਗੇ ਨਾ, ਹੁਣ ਅਸੀਂ ਜਵਾਬ ਨਹੀਂ ਦਿੰਦੇ। ਨਹੀਂ ਕਈ ਮੈਂ ਥੋੜੇ ਜਿਹੇ ਉਹਨਾਂ ਦੇ ਪਤਾ, ਮੈਂ ਇੰਟਰਵਿਊ ਸੁਣੇ ਨੇ, ਮੈਂ ਇਹ ਗੱਲ ਉਹਦੀ ਸੁਣੀ ਆ ਲਾਸਟ ਦੇ ਵਿੱਚ ਵੀ ਸਾਨੂੰ ਜੇ ਖਾਲਿਸਤਾਨ ਹੋਣ ਦੇਣਗੇ ਨਾ ਤੇ ਹੁਣ ਅਸੀਂ ਜਵਾਬ ਨਹੀਂ ਦੇਵਾਂਗੇ। ਔਰ ਇਸ ਗੱਲ ਦੀ ਚਿੰਤਾ ਖੜੀ ਹੋ ਗਈ ਵੀ ਬਾਬੇ ਨੇ ਆਹ ਕੀ ਕਹਿਤਾ। ਉਹ ਤਾਂ ਸਿੱਧਾ ਮੰਗੇ ਵੀ ਸਾਡਾ ਇੱਧਰ ਥੱਲੇ ਏਜੰਡਾ ਹੀ ਨਹੀਂ, ਉਹਨੇ ਕਿਹਾ ਹੀ ਨਹੀਂ। ਔਰ ਵੱਡੇ ਵੱਡੇ ਸਿਆਸੀ ਹਲਕਿਆਂ ਦੇ ਵਿੱਚ ਇਸ ਗੱਲ ਦੀ ਹਲਚਲ ਮੱਚੀ ਵੀ ਇਹ ਕੀ ਕਹਿਤਾ ਬਾਬੇ ਨੇ, ਇਹ ਨਹੀਂ ਕਹਿਣਾ ਚਾਹੀਦਾ ਸੀ। ਔਰ ਪੰਜਾਬ ਦੇ ਵੱਡੇ ਵੱਡੇ ਸਿਆਸਤਦਾਨ ਕਹਿੰਦੇ ਵੀ ਇਹ ਤਾਂ ਗੱਲ ਠੀਕ ਨਹੀਂ ਕੀਤੀ। ਦਿੱਲੀ ਦੇ ਵਿੱਚ ਵੀ ਸਿਆਸਤਦਾਨ ਕਹਿੰਦੇ ਸੀ ਇਹ ਗੱਲ ਉਹਨੇ ਠੀਕ ਨਹੀਂ ਕੀਤੀ। ਹਾਂ, ਗੱਜ ਵੱਜ ਕੇ ਆਪਣੀ ਗੱਲ ਨੂੰ ਕਹਿਣਾ ਚਾਹੀਦਾ। ਮਤਲਬ ਘੋੜ ਕੇ ਮੋੜ ਕੇ ਘੋੜ ਕੇ ਇਹ ਸ਼ਬਦ ਪਾਏ ਜਾਂਦੇ ਸੀ। ਇਹ ਪੱਕੀ ਗੱਲ ਹੈ। ਨਹੀਂ ਇੰਦਰਾ ਗਾਂਧੀ ਦਾ ਤਾਂ ਇਹੀ ਏਜੰਡਾ ਸੀ ਕਿ ਇਹ ਆਤੰਕਵਾਦ ਫੈਲਾ ਰਿਹਾ ਹੈ। ਨਹੀਂ ਪੰਜਾਬ ਦੇ ਅੰਦਰ ਵੇਖੋ ਆਤੰਕਵਾਦ ਇੰਦਰਾ ਗਾਂਧੀ ਕਹਿੰਦੀ ਹੈ ਵੀ ਇਹ ਫੈਲਾ ਰਿਹਾ। ਆਤੰਕਵਾਦ ਯਾਦ ਰੱਖਿਓ, ਕਿਸਾਨ ਦੀ ਬੰਬੀ ਤੇ ਸਲਮ ਗਰੀਬ ਦੀ ਝੁੱਗੀ। ਅੱਤਵਾਦ ਰਾਜ ਸੱਤਾ ਦੀ ਸਰਪ੍ਰਸਤੀ ਦੇ ਵਿੱਚ ਬੜੇ ਗਹਿਰੇ ਢੰਗ ਨਾਲ ਪੈਦਾ ਕੀਤਾ ਜਾਂਦਾ ਹੈ ਤੇ ਫਿਰ ਲੋਕ ਉਹਦੇ ਸ਼ਿਕਾਰ ਹੁੰਦੇ ਆ। ਈਵਨ ਅੱਤਵਾਦੀ ਬਣਨ ਵਾਲਾ ਬੰਦਾ ਵੀ ਅੱਤਵਾਦ ਦਾ ਸ਼ਿਕਾਰ ਹੁੰਦਾ ਹੈ। ਭਿੰਡਰਾਂਵਾਲੇ ਨੂੰ ਪਾਕਿਸਤਾਨ ਤੋਂ ਸਪੋਰਟ ਮਿਲਿਆ, ਬਕਵਾਸ ਫਿਰ ਕਰਨਾ ਦਿੱਤੀ, ਪਾਕਿਸਤਾਨ ਨੂੰ ਰੋਕਿਆ। ਅੱਜ ਕਰਦੇ ਪਾਕਿਸਤਾਨ ਤੋਂ ਅਕੇ ਦੀ ਸਪੋਰਟ ਸੀ, ਉਹ ਖਾਲਿਸਤਾਨ ਦਾ ਨਾਰਾ ਲਾ ਦੇ ਤੇ ਉਹ ਉਹਨੂੰ ਮਾਨਤਾ ਦੇ ਦੂ, ਅਕਸਰ ਕਿਹਾ ਸੀ। ਫਿਰ ਉਹਨੇ ਨਾਰਾ ਕਿਉਂ ਨਾ ਲਾਇਆ? ਦੇਖੋ ਉਹਨਾਂ ਨੂੰ ਪਤਾ ਹੀ ਮੈਂ ਮਰਨਾ ਹੈ।
ਇਹ ਤਾਂ ਪੱਕੀ ਗੱਲ ਹੈ ਨਾ। ਮੈਂ ਮਰਨਾ ਹੈ, ਮਾਰਿਆ ਜਾਣਾ ਹੈ, ਘੇਰਿਆ ਹੋਇਆ, ਠੀਕ ਹੈ। ਫਿਰ ਉਹਨੇ ਲਾਇਆ ਨਾ, ਕਿਉਂ ਨਹੀਂ ਲਾਇਆ? ਪਾਕਿਸਤਾਨ ਬੋਲ ਪੈਂਦਾ। ਇੱਕ ਵਾਰੀ ਕਹਿਣਾ ਸੀ ਵੀ ਮੈਂ ਖਾਲਿਸਤਾਨ ਮੰਗਦਾ ਹਾਂ ਤੇ ਖਾਲਿਸਤਾਨ ਤੋਂ ਘੱਟ ਮੇਰਾ ਕੋਈ ਮੁੱਦਾ ਨਹੀਂ, ਮੈਂ ਅੱਜ ਸ਼ਹੀਦ ਹੋ ਰਿਹਾ, ਇਹਨੇ ਕਹਿਣਾ ਸੀ, ਕਿਹਾ ਨਹੀਂ ਨਾ। ਇਹ ਬਕਵਾਸ ਗੱਲਾਂ ਨੇ। ਪਾਕਿਸਤਾਨ ਦੇ ਕਹਿਣ ਤੇ ਹਿੰਦੁਸਤਾਨ ਦੇ ਟੁਕੜੇ ਹੋ ਜਾਣਗੇ, ਜਾਂ ਖਾਲਿਸਤਾਨ ਬਣ ਜੂ, ਜਾਂ ਗੋਰਖਾਸਤਾਨ ਬਣ ਜੂ, ਜਾਂ ਜੈਨਿਸਤਾਨ ਬਣ ਜੂ। ਪਾਕਿਸਤਾਨ ਤਾਂ ਕਿਤੇ ਥੋੜੀ ਮੁੱਛ ਦਾ ਬਾਲ ਵੀ ਨਹੀਂ ਹਿਲਾ ਸਕਦਾ। ਉਹਦੀ ਔਕਾਤ ਕੀ ਆ ਉਹਦੀ ਪਾਕਿਸਤਾਨ ਦੀ? ਹਾਂ, ਹਿੰਦੁਸਤਾਨ ਦੀ ਰਾਜ ਕਰਦਾ ਸ਼੍ਰੇਣੀਆਂ ਤੇ ਪਾਕਿਸਤਾਨ ਦੀਆਂ ਰਾਜ ਕਰਦਾ ਸ਼੍ਰੇਣੀਆਂ ਇਸ ਤਰ੍ਹਾਂ ਇਕੱਠੀਆਂ ਨੇ ਜਿਵੇਂ ਮਾਸੀ ਭੂਆ ਦੇ ਪੁੱਤ ਹੁੰਦੇ ਨੇ। ਜੰਮੂ ਦੀ ਪ੍ਰੋਬਲਮ ਆਈ ਰਹੀ ਹੈ ਕਸ਼ਮੀਰ ਦੀ, ਮਾਸੀ ਭੂਆ ਦੇ ਪੁੱਤਾਂ ਵਾਲੀ ਗੱਲ ਹੈ। ਹੁਣ ਵੇਖੋ ਜੰਮੂ ਕਸ਼ਮੀਰ ਦੀ ਪ੍ਰੋਬਲਮ ਲਾ ਲਓ। ਜੰਮੂ ਕਸ਼ਮੀਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ, ਔਰ ਗੁਲਾਬ ਸਿੰਘ ਡੋਗਰੇ ਨੇ, ਹੀਰਾ ਸਿੰਘ, ਗੁਲਾਬ ਸਿੰਘ, ਧਿਆਨ ਸਿੰਘ, ਤੇਜਾ ਸਿੰਘ, ਇਹ ਸਾਰੇ ਜਿਹੜੇ ਸੀਗੇ ਨਾ ਡੋਗਰੇ, ਇਹਨਾਂ ਨੇ ਅੰਗਰੇਜ਼ ਨਾਲ ਨੇੜੇ ਹੋਏ। ਖਾਸ ਤੌਰ ਤੇ ਗੁਲਾਬ ਸਿੰਘ ਹੋਰੀ, ਹੀਰਾ ਸਿੰਘ ਵਰਗੇ। ਧਿਆਨ ਸਿੰਘ ਪਹਿਲਾਂ ਮਾਰਿਆ ਗਿਆ ਸੀ, ਔਰ ਖਜ਼ਾਨਾ ਲਾਹੌਰ ਦਾ, ਪੈਸੇ ਲਾਹੌਰ ਤੋਂ ਲਏ, ਦਿੱਤੇ ਅੰਗਰੇਜ਼ ਨੂੰ, ਤੇ ਉਹਦੇ ਬਦਲੇ ਜੰਮੂ ਕਸ਼ਮੀਰ ਲਿਆ, ਠੀਕ ਹੈ। ਫਿਰ ਵੇਖੋ ਜਿੱਦਾਂ ਤੁਸੀਂ ਆਜ਼ਾਦ ਹੁੰਦੇ ਹੋ, ਜੰਮੂ ਕਸ਼ਮੀਰ ਨੂੰ ਥੋੜੀ ਆਜ਼ਾਦੀ ਸ਼ਾਮਲ ਨਹੀਂ ਹੋਇਆ, ਨਾ ਤੈਨੂੰ ਆਜ਼ਾਦੀ ਮੰਗੀ, ਨਾ ਆਜ਼ਾਦੀ ਸ਼ਾਮਲ ਹੋਇਆ, ਨਾ ਉਹਦੀ ਆਜ਼ਾਦੀ ਕਾਮਨਾ ਸੀ। 1947 15 ਅਗਸਤ 1947 ਜੰਮੂ ਕਸ਼ਮੀਰ ਐਜ ਸੱਚ ਸੀ। 22 ਅਕਤੂਬਰ 1947 ਨੂੰ ਉਹਨੂੰ ਭਾਜੜਾਂ ਪੈਂਦੀਆਂ ਜਦੋਂ ਪਾਕਿਸਤਾਨ ਵਾਲਿਆਂ ਨੇ ਉਹ 'ਤੇ ਹਮਲਾ ਕਰਤਾ। ਫਿਰ ਆਪਣੇ ਵਾਲਿਆਂ ਨੇ ਬੋਚ ਲਿਆ, ਉਹਨੇ ਕਿਹਾ ਵੀ ਮੰਨ ਤਾਂ ਸੀ, ਜੇ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਪਾਕਿਸਤਾਨ ਹਮਲਾ ਕਿਵੇਂ ਕਰ ਦਿੰਦਾ ਜੀ? ਠੀਕ ਹੈ, ਨਹੀਂ ਕਰਦਾ ਸੀ। ਉੱਦਾਂ ਤਾਂ ਕਹਿੰਦਾ ਸੀ ਮੈਂ ਜੰਮੂ ਕਸ਼ਮੀਰ ਆਜ਼ਾਦ ਰੱਖੂੰ, ਜਿਹਦੇ ਹਮਲਾ ਕੀਤਾ ਫਿਰ ਆਜ਼ਾਦ ਨਹੀਂ ਰਿਹਾ। ਪਰ ਕਸੂਰਵਾਰ ਇਹਦਾ ਕੌਣ ਹੈ? ਜੰਮੂ ਕਸ਼ਮੀਰ ਦਾ ਹਰੀ ਸਿੰਘ, ਉਹ ਕਸੂਰਵਾਰ ਹੈ। ਕਿਉਂ ਕਿ ਅੰਗਰੇਜ਼ ਨੇ ਕਿਹਾ ਸੀ ਵੀ ਭਾਰਤ ਦੀਆਂ ਰਿਆਸਤਾਂ ਚਾਹੁਣ ਤੇ ਆਜ਼ਾਦ ਰਹਿਣ, ਜੇ ਚਾਹੁਣ ਤੇ ਪਾਕਿਸਤਾਨ ਜਾ ਵੜਨ, ਜੇ ਚਾਹੁਣ ਤਾਂ ਹਿੰਦੁਸਤਾਨ। 3 ਆਪਸ਼ਨਾਂ ਸਣ ਗਈਆਂ। ਇਹਨੇ ਆਪਸ਼ਨ ਕੀ ਰੱਖੀ ਸੀ ਵੀ ਮੈਂ ਆਜ਼ਾਦ ਰਹੂੰਗਾ। ਆਜ਼ਾਦੀ ਤਾਂ ਫਿਰ ਇਹ ਤੋਂ ਲਾ ਲਓ ਸਾਹਿਬ 15 ਅਗਸਤ 1947 ਤੋਂ ਲੈ ਕੇ 22 ਅਕਤੂਬਰ 1947 ਤੱਕ ਆਜ਼ਾਦੀ ਨਹੀਂ ਰੱਖ ਸਕਿਆ ਆਪਦੀ, ਭੱਜ ਲਿਆ। ਇਹ 6 ਜੂਨ ਨੂੰ ਘੱਲੂਘਾਰਾ ਹੋਇਆ। ਜਿੰਨੇ ਵੀ ਸਿਆਸਤਦਾਨ ਸੀ, ਸਿਮਰਜੀਤ ਸਿੰਘ ਮਾਨ ਅੱਜ ਵੀ ਖਾਲਿਸਤਾਨ ਦੀ ਜਿਹੜੀ ਉਹ ਮੰਗ ਕਰ ਰਹੇ ਨੇ। ਹੋਰ ਜਿਹੜੇ ਵੀ ਲੀਡਰ ਸੀ, ਕੋਰਟ 'ਚ ਵੀ ਗਿਆ, ਕੋਰਟ ਨੇ ਕਿਹਾ ਵੀ ਤੁਹਾਨੂੰ ਆਪਣੀ ਮੰਗ ਕਰਨ ਦਾ ਅਧਿਕਾਰ ਹੈ, ਪਰ ਸ਼ਾਂਤਮਈ ਢੰਗ ਨਾਲ, ਮਾਰ ਕਾਟ ਨਾਲ ਨਹੀਂ, ਹੁਲੜਬਾਜ਼ੀ ਨਾਲ ਨਹੀਂ, ਡੈਮੋਕ੍ਰੈਟਿਕ ਢੰਗ ਨਾਲ, ਲੋਕਤੰਤਰੀ ਢੰਗ ਨਾਲ। ਤੁਹਾਨੂੰ ਜੇ ਲੱਗਦਾ ਹੈ ਤੇ ਮੰਗੋ, ਲੋਕ ਤੁਹਾਨੂੰ ਕਹਿਣਗੇ ਮੰਗੋ। ਵੇਖੋ ਕੈਨੇਡਾ ਦੇ ਵਿੱਚ ਉੱਥੋਂ ਦੀਆਂ ਰਿਆਸਤਾਂ ਕੈਨੇਡਾ ਨਾਲੋਂ ਵੱਖ ਹੋਣ ਲਈ ਵੋਟ ਪਾ ਕੇ ਵੱਖ ਹੋ ਜਾਂਦੀਆਂ ਨਾ, ਵੋਟ ਪਵਾਏ, ਕੈਨੇਡਾ ਦੇ ਗੋਲੀ ਮਾਰੋ। ਇੰਗਲੈਂਡ ਦੇ ਵਿੱਚ ਆ ਹੁਣੀ ਹੋਇਆ ਕਿ ਨਹੀਂ, ਉਹਦੇ ਭਾਈ ਲੈ ਲਓ ਵੋਟਾਂ ਪਾ ਲਓ, 2% ਵੋਟਾਂ ਘਟ ਗਈਆਂ, 49 ਤੇ 51 ਰਹਿ ਗਈਆਂ। ਜੇ 51 ਦੂਜੇ ਪਾਸੇ ਹੋ ਜਾਂਦੀਆਂ ਤੇ ਇੰਗਲੈਂਡ ਦੇ ਹਿੱਸੇ ਹੋ ਗਏ ਸੀ ਕਿ ਨਹੀਂ, ਹੁਣੀ ਬਾਹਰ ਹੋ ਗਿਆ ਸੀ। ਉੱਥੇ ਹਿੰਦੁਸਤਾਨ ਦੇ ਲੋਕਾਂ ਨੂੰ ਤੁਸੀਂ ਇੰਨਾ ਨੇੜੇ ਕਰੋ ਕਿ ਕੁਛ ਚੀਜ਼ ਮੰਗਣ ਦੀ ਲੋੜ ਹੀ ਨਹੀਂ। ਕਾਰਨ ਕੀ ਹੈ ਕਿ ਇਹ ਨੇੜੇ ਕਰਨ ਦੀ ਥਾਂ ਹਿੰਦੁਸਤਾਨ ਦੀਆਂ ਰਾਜ ਕਰਦਾ ਸ਼੍ਰੇਣੀਆਂ, ਫਿਰ ਮੈਂ ਲਫ਼ਜ਼ ਇਹੀ ਕਹਿ ਰਿਹਾ, ਰਾਜ ਕਰਦਾ ਸ਼੍ਰੇਣੀਆਂ ਹਿੰਦੁਸਤਾਨ ਦੇ ਲੋਕਾਂ ਨੂੰ ਨੇੜੇ ਕਰਨ ਦੀ ਥਾਂ, ਹਿੰਦੁਸਤਾਨੀ ਭਾਈਚਾਰੇ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦੀ ਥਾਂ ਉਹਨਾਂ ਦਾ ਸ਼ੋਸ਼ਣ ਕਰਦੀਆਂ। ਫਿਰ ਸ਼ੋਸ਼ਣ ਕਰਕੇ ਉਹਨਾਂ ਦੇ ਆਪਣਾ ਜ਼ੁਲਮ ਕਰਦੀਆਂ। ਜ਼ੁਲਮ ਕਰਨ ਤੋਂ ਬਾਅਦ, ਕੁੱਟਣ ਤੋਂ ਬਾਅਦ ਫਿਰ ਵੋਟਾਂ ਲੈਂਦੀਆਂ, ਤੇ ਵੋਟਾਂ ਫਿਰ ਬੜੀ ਬਹੁ ਗਿਣਤੀ 'ਚ ਪੈਂਦੀਆਂ, ਬਹੁ ਗਿਣਤੀ 'ਚ ਵੋਟਾਂ ਪੈਂਦੀਆਂ, ਤੇ ਉਹ ਫਿਰ ਗੱਦੀ ਹਾਜ਼ਰ ਹੋ ਜਾਂਦੀ ਹੈ। ਕੁੱਟੇ ਲੋਕ ਗਏ, ਮਾਰੇ ਲੋਕ ਗਏ, ਵੋਟਾਂ ਠੱਗ ਨੂੰ, ਚੋਰ ਨੂੰ ਤੇ ਜ਼ੁਲਮ ਕਰਨ ਵਾਲੇ ਨੂੰ ਪੈ ਗਈਆਂ। ਪਿੰਡ ਵਾਲੇ ਸੰਤ ਸੀ ਤੁਸੀਂ ਕਿਹਾ, ਸੰਤ ਬਿਲਕੁਲ ਉਹ ਸੰਤ ਸੀ। ਬੰਦੂਕ ਕਿਉਂ ਚੁੱਕੀ? ਫਿਰ ਬੰਦੂਕ ਚੁੱਕੀ ਜਾ ਸਕਦੀ ਹੈ, ਬੰਦੂਕ ਚੁੱਕਣੀ ਕੋਈ ਗੁਨਾਹ ਨਹੀਂ। ਵਾਹ ਜੀ ਵਾਹ, ਬੰਦੂਕ ਚੁੱਕੀ ਜਾ ਸਕਦੀ ਹੈ, ਲਾਇਸੈਂਸ ਦੀ, ਗੈਰ ਲਾਇਸੈਂਸੀ ਨਹੀਂ, ਕਿਉਂਕਿ ਹੁਣ ਲਾਇਸੈਂਸ ਹੈ, ਲਾਇਸੈਂਸ ਬਣਾਤੇ ਨਾ। ਕਿਰਪਾਨ ਰੱਖੀ ਜਾ ਸਕਦੀ ਹੈ। ਹਾਂ, ਗੋਲੀ ਚ ਮਾਰੋਗੇ ਤੇ ਫਿਰ ਗੁਨਾਹ ਹੈ। ਕਿੰਨੀਆਂ ਬੰਦੂਕਾਂ ਨੇ,
ਲੋਕਾਂ ਕੋਲੇ ਲਾਇਸੈਂਸ ਦੀਆਂ ਰੱਖ ਸਕਦਾ ਹੈ, ਲਾਇਸੈਂਸ ਦੀ, ਗੈਰ ਲਾਇਸੈਂਸੀ ਦੀ। ਕਿਉਂਕਿ ਹੁਣ ਹਿੰਦੂ ਸੰਗਠਨ ਕਹਿੰਦੇ ਨੇ ਕਿ ਉਹ ਨੇ ਉਹ ਹਿੰਦੂ ਸੰਗਠਨ ਵਿਚਾਰੇ ਕੌਣ ਨੇ? ਹਿੰਦੂ ਸੰਗਠਨ ਵੀ ਸਿੱਖ ਸੰਗਠਨਾਂ ਵਰਗੇ ਕਿਸੇ ਨਾ ਕਿਸੇ ਫਿਰਕਾ ਪ੍ਰਸਤੀ ਦੇ ਸ਼ਿਕਾਰ ਨੇ। ਉਹਨਾਂ ਨੂੰ ਤਾਂ ਇਹਨਾਂ ਨੇ ਵਰਤਣਾ ਹੁੰਦਾ ਹੈ। ਸਾਡੇ ਹਿੰਦੂ ਮਾਰੇ ਗਏ ਕਹਿੰਦੇ ਉਸ ਟਾਈਮ ਮੈਂ ਦੱਸਾਂ, ਹਿੰਦੂਆਂ ਨੂੰ ਮਰਵਾਇਆ ਗਿਆ ਹੈ। ਕਮਾਲ ਗੱਲ ਨਹੀਂ, ਮੱਤ ਕੇ ਜਿਹੜਾ ਹਿੰਦੂ ਲਿਬਰਲ ਸੀ ਉਹਨੂੰ ਮਾਰਿਆ। ਜਿਹੜਾ ਹਿੰਦੂ ਕਹਿੰਦਾ ਵੀ ਨਹੀਂ ਭਾਈ ਸਾਡੇ ਹਿੰਦੂ ਸਿੱਖ ਦਾ ਕੋਈ ਰੌਲਾ ਨਹੀਂ, ਉਹ ਮਾਰਿਆ। ਈਵਨ ਜਿਹੜਾ ਸਿੱਖ ਵੀ ਕਹਿੰਦਾ ਸੀ ਵੀ ਸਾਡੇ ਹਿੰਦੂ ਸਿੱਖਾਂ ਦਾ ਭਾਈ ਕੋਈ ਰੌਲਾ ਨਹੀਂ, ਉਹ ਵੀ ਮਾਰਿਆ। ਜਿਹੜੇ ਕਾਮਰੇਡ ਕਹਿੰਦੇ ਵੀ ਨਹੀਂ ਭਾਈ ਸਾਡਾ ਰੌਲਾ ਹਿੰਦੂ ਸਿੱਖ ਦਾ ਹੈ ਹੀ ਨਹੀਂ, ਸਾਡਾ ਤਾਂ ਆਰਥਿਕ ਲੁੱਟ ਦਾ ਰੌਲਾ ਹੈ, ਉਹ ਵੀ ਮਾਰਤੇ। ਨਹੀਂ ਜਿਹਦਾ ਸਿਮਰਨਜੀਤ ਸਿੰਘ ਮਾਨ ਲੜਾਈ ਲੜ ਰਹੇ ਨੇ ਖਾਲਿਸਤਾਨ ਦੇ, ਇਦਾਂ ਇਹ ਪੰਡਰਾਲ ਤਾਂ ਸਾਹਿਬ ਬਾਅਦ ਲੜਦੇ ਦੇ ਨੇ। ਵਿੱਚ ਜਿਹੜਾ ਸਿਮਰਜੀਤ ਸਿੰਘ ਮਾਨ ਹੈ ਨਾ, ਹੂੰ। ਇਹ ਬਹੁਤ ਬਾਅਦ ਚ ਆਇਆ ਹੈ ਸੀਨ ਤੇ। ਪਹਿਲਾਂ ਇਹ ਸਰਕਾਰ ਦਾ ਮੁਲਾਜ਼ਮ ਸੀ, ਅਧਿਕਾਰੀ ਸੀ, ਪੂਰੀ ਤਰ੍ਹਾਂ ਸਰਕਾਰ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਦਾ ਸੀ ਔਰ ਉਹਨਾਂ ਦੇ ਬਹੁਤ ਹੀ ਉਹਨਾਂ ਦੀਆਂ ਜਿਹਨੂੰ ਕਹਿੰਦੇ ਗੁੱਡ ਬੁੱਕਸ ਦੇ ਵਿੱਚ ਸੀ। ਐਸੀ ਗੱਲ ਨਹੀਂ ਹੈ। ਨਹੀਂ ਪੰਡਰਾ ਵਾਲਾ ਵੀ ਇਸ ਤਰ੍ਹਾਂ ਮੰਗ ਕਰ ਲੈਂਦਾ ਆਰਾਮ ਨਾਲ, ਨਹੀਂ, ਨਹੀਂ। ਬੰਦੂਕ ਚੱਕਣ ਦੀ ਲੋੜ ਹੀ ਨਹੀਂ ਸੀ, ਨਾ, ਨਾ, ਦਰਬਾਰ ਨਾ, ਸਾਹਿਬ ਦੇ ਮੈਂ ਅੰਦਰ ਦੱਸਾਂ, ਰਹਿਣ ਹੋਰ ਦੀ ਲੋੜ ਹੀ ਦੇਖੋ, ਨਹੀਂ ਸੀ। ਸੋ ਸੁਣ ਲਓ ਕੀ ਗੱਲਬਾਤ ਹੈ। ਕਰਪੂਰੀ ਦਾ ਮੋਰਚਾ, ਪਾਣੀ ਵਾਲਾ ਮੋਰਚਾ, ਇੰਦਰਾ ਗਾਂਧੀ ਉਹਦਾ ਉਦਘਾਟਨ ਕਰਨ ਆਈ ਹੈ। ਉਦਘਾਟਨ ਕਰ ਲਿਆ। ਉਦਘਾਟਨ ਕੀ ਹੁੰਦਾ ਹੈ? ਇੱਕ ਕਹੀ ਬਣਾ ਦਿੰਦੇ ਆ ਚਾਂਦੀ ਦੀ ਜਾਂ ਸੋਨੇ ਦੀ, ਚਮਚੇ ਜਿੰਨੀ, ਤੇ ਇੱਕ ਬੱਠਲ ਬਣਾ ਦਿੰਦੇ ਆ ਕੌਲੀ ਜਿੰਨਾ, ਤੇ ਉਹ ਮਿੱਟੀ ਪੱਟ ਕੇ ਨਾ 2-3 ਵਾਰੀ, ਤੇ ਲਓ ਜੀ ਇਹਦਾ ਉਦਘਾਟਨ ਕਰਤਾ। ਆਪਦਾ ਜਹਾਜ਼ ਚੜ੍ਹ ਗਈ, ਹੈਲੀਕਾਪਟਰ ਤੇ ਆਈ ਚੜ੍ਹ ਗਈ, ਇੱਥੇ ਉਹਦਾ ਵਿਰੋਧ ਕੀਤਾ। ਉਸ ਦਿਨ ਤੋਂ ਬਾਬਾ ਭਿੰਡਰਾਂਵਾਲਾ ਦਰਬਾਰ ਸਾਹਿਬ ਦੇ ਵਿੱਚ ਪ੍ਰਵੇਸ਼ ਕਰਵਾਤਾ। ਉਦੋਂ ਪਹਿਲਾਂ ਪ੍ਰਵੇਸ਼ ਵਾਲੀ ਗੱਲ ਨਹੀਂ ਸੀ। ਕਰਵਾਤਾ ਕਿ ਚਲੇ ਗਏ? ਨਹੀਂ ਕਰਵਾਇਆ ਗਿਆ। ਉਹਨੂੰ ਪਤਾ ਹੀ ਨਹੀਂ ਸੀ ਮੈਨੂੰ ਕੌਣ ਭੇਜ ਰਿਹਾ। ਇਹ ਪੱਕੀ ਗੱਲ ਹੈ। ਰੌਲਾ ਪਾਣੀਆਂ ਦਾ ਮੰਗ ਖਾਲਿਸਤਾਨ ਦੀ ਇੰਨੀ ਤੇਜ਼ੀ ਨਾਲ ਕਰਵਾਈ ਗਈ। ਔਰ ਤੂੰ ਹੋਰ ਗੱਲ ਦੱਸੀਏ, ਇੱਕ ਵਾਰੀ ਇਹੋ ਜਿਹਾ ਰੌਲਾ ਪਿਆ ਵੀ ਜਿਹੜਾ ਮੋਰਚੇ ਦੇ ਵਿੱਚ ਜਾਊਗਾ ਨਾ ਅੰਮ੍ਰਿਤਧਾਰੀ ਹੋਵੇ। ਅੰਮ੍ਰਿਤਧਾਰੀ, ਗੈਰ ਅੰਮ੍ਰਿਤਧਾਰੀ ਬੰਦਾ ਮੋਰਚੇ 'ਚ ਨਹੀਂ ਜਾਣਾ ਚਾਹੀਦਾ। ਉਹਦੇ ਜੀ ਠੀਕ ਹੈ। ਅੰਮ੍ਰਿਤਧਾਰੀ ਕਿੰਨੇ ਕੁ ਨੇ ਜੀ? 500, 700, 1000, 2000। ਉਹਦੇ ਬਾਅਦ ਅੰਮ੍ਰਿਤਧਾਰੀ ਤੇ ਹੁਣ ਨਾ, ਤੇ ਮੋਰਚੇ 'ਚ ਕੌਣ ਗਏ? ਜਿਹੜੇ ਗੈਰ ਅੰਮ੍ਰਿਤਧਾਰੀ ਸੀ, ਕਿਸਾਨ, ਮਜ਼ਦੂਰ, ਮਲੇਰਕੋਟਲਾ ਦੇ ਮੁਸਲਮਾਨ, ਹਿੰਦੂ ਭਾਈਚਾਰਾ ਗਏ, ਜਿਹੜੇ ਸੀ ਚੀਜ਼ ਨੂੰ ਸਮਝਦੇ ਸੀ। ਔਰ ਕਮਾਲ ਦੀ ਗੱਲ ਹੈ, ਮੋਰਚੇ ਦੇ ਦਰਮਿਆਨ ਦਿੱਲੀ ਦੇ ਵੱਡੇ ਵੱਡੇ ਨੇਤਾ ਦਰਬਾਰ ਸਾਹਿਬ 'ਚ ਆ ਕੇ ਬੋਲੇ। ਚੰਦਰ ਸ਼ੇਖਰ ਵੀ ਬੋਲਿਆ, ਬਾਬੂ ਜਗਜੀਵਨ ਰਾਮ ਬੋਲਿਆ, ਤੇਲੰਗਾਨਾ ਵਾਲਾ, ਆਂਧਰਾ ਪ੍ਰਦੇਸ਼ ਵਾਲਾ ਰਾਮਾ ਰਾਓ ਬੋਲਿਆ। ਬੜੇ ਬੰਦੇ ਉੱਥੇ ਹੁੰਦੇ ਸੀ, ਭਾਸ਼ਣ ਦਿੰਦੇ ਸੀ ਆ ਕੇ ਵੀ ਅਸੀਂ ਤੁਹਾਡੇ ਨਾਲ ਆ। ਉਦੋਂ ਦੇ ਸਿਆਸਤਦਾਨ ਸਪੋਰਟ ਕਰ ਰਹੇ ਸੀ ਭਿੰਡਰਾਂਵਾਲਾ ਦਾ ਕਿ ਨਹੀਂ, ਚਾਹੇ ਕਿਸੇ ਵੀ ਪਾਰਟੀ ਦਾ? ਨਹੀਂ ਨਹੀਂ, ਸਿਆਸਤਦਾਨ ਭਿੰਡਰਾਂਵਾਲੇ ਦੀ ਸਪੋਰਟ ਨਹੀਂ ਕਰ ਰਹੇ ਸੀ ਵੀ ਨਿੱਜੀ ਤੌਰ ਤੇ। ਉਹਦੇ ਜੀ ਜਿਹੜੀ ਆ ਪੰਜਾਬ ਦੀ ਮੰਗ ਆ ਸੀ, ਇਹਦੇ ਨਾਲ ਤੁਹਾਡੇ ਨਾਲ ਖੜਿਆ। ਔਰ ਇਹਦੇ ਕੰਮ ਬਹੁਤ ਯਤਨ ਕੀਤਾ, ਬਹੁਤ ਯਤਨ ਕੀਤਾ ਕਿ ਫੈਸਲਾ ਹੋ ਜਾਏ, ਫੈਸਲਾ ਹੋ ਜਾਏ। ਔਰ ਇਹ ਪੱਕੀ ਗੱਲ ਹੈ ਕਿ ਇੰਦਰਾ ਗਾਂਧੀ 36 ਵਾਰੀ ਫੈਸਲੇ ਤੋਂ ਪਿੱਛੇ ਹਟੀ। ਔਨ ਰਿਕਾਰਡ ਹੈ ਗੱਲ ਇਹ। ਉਹ ਜਦੋਂ ਕੋਈ ਗੱਲ ਜਾਂਦੀ ਨਾ, ਜਾਂ ਉਸ ਦਿਨ ਦੰਗਾ ਕਰਾ ਦੇਣਾ, ਜਾਂ ਉਹਨੇ ਗੱਲ ਨੂੰ ਪਿੱਛੇ ਹਟ ਜਾਣਾ। ਇਫੈਕਟ ਹੈ ਇਹ। ਕਿਤਾਬਾਂ ਪੜ੍ਹ ਲਓ। ਚਲਾ ਕੌਣ ਰਿਹਾ ਸੀ ਭਿੰਡਰਾਂਵਾਲੇ? ਹੈਂ? ਚਲਾ ਕੌਣ ਰਿਹਾ ਸੀ? ਕਮਾਲ ਹੈ। ਹੁਣ ਇਦੋਂ ਬਾਅਦ ਤੁਹਾਨੂੰ ਮੈਂ ਕੀ ਕਹਿ ਦਿਆਂ? ਇਦੋਂ ਬਾਅਦ ਤਾਂ ਫਿਰ ਮੈਨੂੰ ਕੁਰਬਾਨੀ ਚੱਕਣੀ ਪੈਣੀ ਹੈ ਜਿਹੜੀ ਮੈਂ ਚੱਕਦਾ ਨਹੀਂ। ਭਿੰਡਰਾਂਵਾਲਾ ਵਿਚਾਰਾ ਕੁਛ ਵੀ ਨਹੀਂ ਸੀ, ਸਧਾਰਨ ਬੰਦਾ ਸੀ, ਰੱਬ ਦਾ ਨਾਂ ਲੈਣ ਵਾਲਾ ਬੰਦਾ ਸੀ, ਕੀਰਤਨ ਕਰਨ ਵਾਲਾ ਬੰਦਾ ਸੀ, ਪਾਠ ਕਰਨ ਵਾਲਾ ਬੰਦਾ ਸੀ, ਤੇ ਕਿਹੜੇ ਪਾਸੇ ਤੋਰਿਆ। ਇਹ ਗੱਲਾਂ ਨਾ ਅੱਜ ਤੱਕ ਘੱਟੋ ਘੱਟ ਪੰਜਾਬ ਦਾ ਹਿੰਦੂ ਤੇ ਸਿੱਖ ਛੇਤੀ ਨਹੀਂ ਸਮਝੂ, ਹੋਰ ਸਮਝ ਜਾਣਗੇ। ਆਰੋਪ ਲੱਗਦਾ ਹੈ ਇੰਦਰਾ ਗਾਂਧੀ ਦਾ ਹੀ ਬੰਦਾ ਸੀ। ਮੈਂ ਤਾਂ ਰਾਜ ਕਰਦਾ ਸ਼੍ਰੇਣੀਆਂ ਕੌਣ ਹੁੰਦੀਆਂ ਨੇ? ਔਰ ਬਣਾਇਆ ਵੀ ਕਹਿੰਦੇ ਨੇ ਇਸ ਕਰਕੇ ਗਿਆ ਸੀਗਾ ਕਿ ਪੰਜਾਬ ਵਿੱਚ ਜੋ ਸਰਕਾਰਾਂ ਸੀਗੀਆਂ ਜਾਂ ਪੰਜਾਬੀਅਤ ਨੂੰ, ਉਹ ਮੁੱਦਿਆਂ ਨੂੰ ਖਟਾਉਣ ਲਈ, ਖਤਮ ਕਰਨ ਲਈ। ਹਾਂ, ਪਰੇ ਕਰ ਡਰੇਲ ਕਰਨ ਵਾਸਤੇ। ਇਹ ਤਾਂ ਪੱਕੀ ਗੱਲ ਹੈ। ਇਹ ਤਾਂ ਔਨ ਰਿਕਾਰਡ ਹੈ। 10 ਕਿਤਾਬਾਂ ਘੱਟੋ ਘੱਟ ਛਪ ਗਈਆਂ ਪੰਜਾਬ ਦੀ ਹਾਲਾਤਾਂ ਤੇ, ਜੇ ਤੁਸੀਂ ਪੜ੍ਹ ਲਓ ਸ਼ਰੇਆਮ ਪਤਾ। ਇੱਕ ਆ ਪਿੱਛੇ ਜੇ ਕਿਤਾਬ ਛਪੀ ਆ, ਬਹੁਤ ਵੱਡਾ ਅਧਿਕਾਰੀ ਸੀ ਉਹ ਸੈਂਟਰ ਦੇ ਵਿੱਚ, ਨੰਗਾ ਸੱਚ,
ਪੜ੍ਹ ਲਓ। ਕਿਹਨੂੰ ਕਿੰਨੇ ਪੈਸੇ ਦਿੱਤੇ ਜਾਂਦੇ ਸੀ ਪੰਜਾਬ ਦੇ ਬੰਦਿਆਂ ਨੂੰ ਕੋਈ ਕੰਮ ਕਰਾਉਣ ਦੇ ਲਈ, ਅੰਦੋਲਨ ਚਲਾਉਣ ਦੇ ਲਈ, ਫਿਰਕਾ ਪ੍ਰਸਤੀ ਦੀ ਹਵਾ ਨੂੰ ਤੇਜ਼ ਕਰਨ ਦੇ ਲਈ ਪੈਸੇ ਦਿੱਤੇ ਜਾਂਦੇ ਸੀ। ਘੱਲੂਘਾਰੇ 'ਚ ਪੰਜਾਬ ਦੀ ਜਨਤਾ ਦਾ ਕੀ ਨੁਕਸਾਨ ਹੋਇਆ? ਵੇਖੋ ਪੰਜਾਬ ਦੀ ਜਨਤਾ ਵਿੱਚ ਜਿਹੜੇ ਬੰਦੇ, ਪੰਜਾਬ ਦੇ ਲੋਕ ਕਿਰਤ ਕਰਨ ਵਾਲੇ ਬੰਦੇ, ਦੁਕਾਨਾਂ ਤੇ ਬਹਿਣ ਵਾਲੇ ਬੰਦੇ, ਕਹੀ ਚੱਕ ਕੇ ਕੰਮ ਕਰਨ ਵਾਲੇ ਬੰਦੇ, ਉਹ ਬਿਨਾਂ ਗੱਲ ਤੇ ਹਿੰਦੂ ਸਿੱਖ ਬਣਾ ਕੇ ਇਹਨਾਂ ਦੀਆਂ ਦੂਰੀਆਂ ਵਧਾਤੀਆਂ ਤੇ ਚੋਰ ਉੱਥੇ ਖੜੇ ਨੇ। ਜਦੋਂ ਪੰਜਾਬ ਦਾ ਸਮਝੌਤਾ ਹੋਇਆ ਰਾਜੀਵ ਗਾਂਧੀ ਨਾਲ, ਕੌਣ ਪੈਦਾ ਹੋਇਆ? ਸੁਰਜੀਤ ਸਿੰਘ ਬਰਨਾਲਾ। ਮੋਰ ਲੱਗਿਆ ਮੋਰਚਾ, ਪੈਦਾ ਕੌਣ ਹੋ ਗਿਆ? ਸੁਰਜੀਤ ਸਿੰਘ ਬਰਨਾਲਾ। ਕੱਢਿਆ ਕੀ? 18 ਮਹੀਨਿਆਂ ਮਗਰੋਂ ਸਰਕਾਰ ਵੀ ਟੁੱਟ ਗਈ, ਛਤਰ ਪਤਰਾਨ ਵੀ ਹੋਏ, ਅੰਤ ਨੂੰ ਕਾਂਗਰਸ 'ਚ ਵੀ ਜਾ ਵੜਿਆ, ਗਵਰਨਰ ਵੀ ਲੱਗ ਗਿਆ, ਕਾਂਗਰਸ 'ਚ ਵੀ ਜਾ ਵੜਿਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕੌਣ ਤੇ ਕਿਵੇਂ ਕਰਦਾ ਹੈ। ਜੇ ਤੁਸੀਂ ਇਸ ਚੀਜ਼ ਨੂੰ ਸਮਝ ਜਾਓ, ਘੱਟੋ ਘੱਟ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਜਾਣ ਤੇ ਆਪਣੇ ਆਪ ਇਸ ਚੀਜ਼ ਦਾ ਹੱਲ ਨਿਕਲੇ। ਅਧਿਐਨ ਨਹੀਂ, ਇੱਕ ਤਾਂ ਹੈ ਨਾ, ਇੱਕ ਤਾਂ ਪੰਜਾਬ ਦੇ ਲੋਕ ਪੜ੍ਹਦੇ ਨਹੀਂ ਹਨ। ਇਹਨਾਂ ਦਾ ਬਹੁਤ ਵੱਡਾ ਇਹ ਦੁਖਾਂਤ ਹੈ। ਪੇਂਡੂ ਬੰਦਾ ਤਾਂ ਇਸ ਕਰਕੇ ਨਹੀਂ ਪੜ੍ਹਦਾ ਕਿ ਪੇਂਡੂ ਵਾਲੇ ਨੂੰ ਬੰਦੇ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਮਿਲ ਸਕਦਾ। ਖੇਤ ਕੰਮ ਕਰਨ ਵਾਲਾ ਬੰਦਾ ਹੈ, ਮਜ਼ਦੂਰ ਬੰਦਾ ਵੀ ਖੇਤ ਕਰਨ ਵਾਲਾ ਹੈ। ਜਿਹੜਾ ਸ਼ਹਿਰੀ ਬੰਦਾ ਹੈ ਉਹ ਯਾਸ਼ ਹੈ, ਕਲੱਬਾਂ 'ਚ ਬੈਠਾ ਰਹਿੰਦਾ, ਸ਼ਰਾਬਾਂ ਪੀਂਦਾ ਤੇ ਪਿਆਉਂਦਾ, ਬਹੁਤ ਵੱਡੇ ਟੈਕਸ ਵੇਚਣ 'ਚ ਲੱਗਿਆ ਰਹਿੰਦਾ, ਸਿਆਸੀ ਪਾਰਟੀ ਨੂੰ ਵੱਡੇ ਵੱਡੇ ਚੰਦੇ ਦਿੰਦਾ। ਉਹ ਆਪਦੀ ਮਰਜ਼ੀ ਨਾਲ ਆਪਦੇ MLA ਵਜ਼ੀਰ ਚੁਣਵਾ ਲੈਂਦਾ, ਆਪਦੀ ਮਰਜ਼ੀ ਦੀ ਸਰਕਾਰ ਬਣਵਾ ਲੈਂਦਾ। ਤੇ ਇਹਨਾਂ ਚੀਜ਼ਾਂ ਨੂੰ ਕੀ ਲੋੜ ਹੈ ਕਿ ਪੰਜਾਬ ਦੇ ਬਾਰੇ ਗੱਲ ਕਰਨ ਨੂੰ? ਨਿੱਜੀ ਲਾਹਾ ਹੀ ਇੰਨਾ ਲੈ ਲੈਂਦਾ ਪੰਜਾਬ ਜਾਵੇ ਖੂਹ 'ਚ। ਪੰਜਾਬ ਦੇ ਯੂਥ ਨੂੰ ਕਿਉਂ ਨਹੀਂ ਸਹੀ ਦਿਸ਼ਾ ਪੰਜਾਬ ਦਾ ਦਿੱਤੀ ਬਿਲਕੁਲ, ਹਾਂ, ਪੰਜਾਬ ਦੇ ਯੂਥ ਦਾ ਇੱਕ ਬਹੁਤ ਵੱਡਾ ਦੁਖਾਂਤ ਹੈ ਵਿਚਾਰੇ ਦਾ ਕਿ ਪੰਜਾਬ ਦਾ ਯੂਥ ਵੀ ਇਸ ਹਿਸਾਬ ਦਾ ਹੈ। ਇੱਕ ਪੇਂਡੂ ਯੂਥ ਹੈ, ਉਹਨੂੰ ਨਸ਼ਾ 'ਚ ਪਾ ਦਿਓ ਮੱਥ ਕੇ। ਪੇਂਡੂ ਨੂੰ ਕਹੋ ਵੀ ਤੇਰੇ ਵੀ ਡੌਲੇ ਫਰਕਦੇ ਆ, ਤੇਰੀ ਮੁੱਛ ਖੜੀ ਆ, ਤੇਰੀ ਚੌੜੀ ਛਾਤੀ ਹੈ, ਤੂੰ ਅੰਨਦਾਤੇ ਦਾ ਮੁੰਡਾ ਹੈ, ਤੂੰ ਦਲੇਰ ਹੈ, ਤੇ ਤੇਰੇ ਵਰਗਾ ਧਿਆਨ ਤੇ ਕੋਈ ਨਹੀਂ। ਉਹ ਰੱਖਰ ਕੇ ਕਦੋਂ ਪੜੂਗਾ? ਫਿਊਡਲ ਯੁੱਗ ਦੇ ਸ਼ਬਦਾਂ ਨਾਲ ਬੰਦੇ ਨੂੰ ਸ਼ਿੰਗਾਰ ਦਿਓ, ਉਹਨੂੰ ਕਦੇ ਹੋਸ਼ ਤੇ ਸਮਝ ਨਹੀਂ ਆਊ। ਯਾਦ ਰੱਖਿਓ, ਇਹ ਫਿਊਡਲ ਯੁੱਗ ਦੇ ਸ਼ਬਦ ਆ ਵੀ ਤੇਰੇ ਡੌਲੇ ਫਰਕਦੇ ਆ। ਸਿਰ ਮਾਰਨੇ ਡੌਲੇ ਆਪਾਂ ਯਹੂਦੀ ਦੇ ਨਹੀਂ ਡੌਲੇ ਫਰਕਦੇ, ਪਾਰਸੀ ਦੇ ਨਹੀਂ ਫਰਕਦੇ, ਦੁਨੀਆ ਸਭ ਤੋਂ ਸਿਆਣੇ ਨੇ। ਈਵਨ ਪੰਜਾਬ ਦੇ ਜੈਨੀ ਦੇ ਡੌਲੇ ਨਹੀਂ ਕਦੇ ਫਰਕੇ ਪਿਛਲੇ 2500 ਵਰ੍ਹੇ 'ਚ। ਸਭ ਤੋਂ ਵੱਧ ਸੌਖਾ ਹੈ, ਤੁਹਾਨੂੰ ਪਤਾ ਨਾ, ਪੰਜਾਬ ਦੇ ਵਿੱਚ ਪੰਜਾਬ ਦਾ ਜੈਨੀ ਸਭ ਤੋਂ ਵੱਧ ਅਮੀਰ ਹੈ। ਪੰਜਾਬ ਦਾ ਹਿੰਦੂ ਅਮੀਰ ਨਹੀਂ ਹੈ, ਜੈਨੀ। ਔਰ ਉਹਨਾਂ ਜੈਨੀਆਂ ਦੇ ਘਰੇ ਪੰਜਾਬ ਦਾ ਹਰੇਕ ਮੁੱਖ ਮੰਤਰੀ ਜਾਊ। 1947 ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਕਿਹੜਾ ਮੁੱਖ ਮੰਤਰੀ ਹੈ ਜਿਹੜਾ ਜੈਨੀਆਂ ਦੇ ਘਰੇ ਨਹੀਂ ਜਾਊ? ਘੱਲਾਘਾਰੇ ਨੂੰ ਲੈ ਕੇ ਇੱਕ ਚੀਜ਼ ਹੋਰ ਦੇਖੀ ਗਈ ਹੈ ਕਿ ਘੱਲੂਘਾਰੇ ਹੋਏ ਨੂੰ ਇੰਨਾ ਸਾਲ ਹੋ ਗਿਆ, ਹਾਂ, ਪਰ ਕਈ ਲੋਕ ਸਮਾਗਮ ਮਨਾਉਂਦੇ ਨੇ ਸਮਾਗਮ ਇਹਦੇ ਪੱਖ ਤੇ, ਹਾਂ, ਤੇ ਕਈ ਇਹਦਾ ਵਿਰੋਧ ਤੇ ਮਨਾਉਂਦੇ ਨੇ। ਉਹ ਹੈ ਨਾ, ਸਮਾਗਮ ਤਾਂ ਇਸ ਕਰਕੇ ਮਨਾਉਂਦੇ ਆ ਕਿ ਦਿਖਾਂਤ ਬਹੁਤ ਵੱਡਾ ਹੋਇਆ, ਦਰਬਾਰ ਸਾਹਿਬ ਦੇ ਉੱਤੇ ਹਮਲਾ ਹੈ, ਠੀਕ ਹੈ, ਔਰ ਅਹਿਮਦ ਸ਼ਾਹ ਅਬਦਾਲੀ ਵਰਗਾ ਹਮਲਾ ਹੈ, ਇਹ ਵੀ ਨਾਲ ਹੈ। ਤੇ ਜਿਹੜੇ ਵਿਰੋਧ ਕਰਦੇ ਨੇ ਤੇ ਜਿਹੜੇ ਉਹ ਤਾਂ ਮਨਾਉਂਦੇ ਆ, ਵਿਰੋਧ ਕਰਦੇ ਵੀ ਯਾਰ ਇਹ ਤਾਂ ਸਾਡਾ ਜ਼ਖਮ ਤਾਂ ਰਿਸੀ ਜਾਂਦਾ, ਰਸਣਾ ਨਹੀਂ ਚਾਹੀਦਾ, ਭੁੱਲ ਜਾਓ। ਛੱਤਰ ਖਾ ਕੇ ਭੁੱਲਣਾ ਬੜਾ ਔਖਾ ਹੈ, ਇਹ ਵੀ ਪੱਕੀ ਗੱਲ ਹੈ। ਤੇ ਇਹ ਤਾਂ ਫਿਰ ਜੇ ਇੱਕ ਵਾਰੀ ਬੰਦਾ ਭੁੱਲ ਗਿਆ ਤੇ ਇਹ ਤਾਂ ਕੋਈ ਨਾ ਕੋਈ ਰਾਜ ਕਰਦਾ ਸ਼ਰਨ ਤਾਂ ਇਹ ਜਿਹਾ ਡਰਾਮਾ ਕਰਦੀ ਰਹੂਗੀ ਬਾਕਾਇਦਾ। ਕਈ ਸੰਗਠਨ ਉਹਨਾਂ ਨੂੰ ਬਹੁਤ ਵੀਰ ਮੰਨਦੇ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਹਮਲਾ ਕੀਤਾ ਦਰਬਾਰ ਸਾਹਿਬ ਅੰਦਰ, ਚਾਹੇ ਜਰਨਲ ਕਰਨਲ ਕੋਈ ਵੀ ਹੋਵੇ। ਹਿੰਦੂ ਸੰਗਠਨ ਉਹ ਵੀਰ ਨਹੀਂ ਹਨ। ਦੇਖੋ, ਵੀਰ ਤੇ ਕਾਇਰਤ ਵਾਲੀ ਉਹਦੇ 'ਚ ਗੱਲ ਨਹੀਂ। ਉਹ ਪਲੈਨਡ ਫੌਜ ਹੈ, ਡਿਸਪਲਿਨਡ ਫੌਜ ਹੈ, ਟੈਂਕ ਨੇ, ਗੋਲੀਆਂ ਨੇ, ਹਵਾਈ ਜਹਾਜ਼ ਨੇ, ਤੋਪਾਂ ਨੇ। ਉਹ ਤਾਂ ਜੇ 4 ਖੂੰਜਿਆਂ ਤੇ 4 ਬੰਦੇ ਹੀ ਬਹਿ ਜਾਣ, 4 ਖੂੰਜਿਆਂ ਦੇ ਉੱਤੇ 4 ਬੰਦੇ ਬਹਿ ਜਾਣ ਤੇ ਢੇਰੀ ਕਰ ਦੇਣ ਹਰ ਇੱਕ ਚੀਜ਼ ਨੂੰ। ਉਹ ਦਲੇਰ ਵਾਲੀ ਕੀ ਗੱਲ ਹੈ? ਸਵਾਤ ਤਾਂ ਆਪਾਂ ਚੀਨ ਨਾਲ ਪੰਗਾ ਲੈ ਕੇ ਦੇਖੋਗਾ, ਬਾਹਲੇ ਦਲੇਰਾਂ ਤਾਂ। ਨਾਲੇ 1962 ਦਾ ਆਪਣੇ ਜੋ ਆਪਣੀ ਉਹਨੇ ਘੀਸੀ ਕਰਾਈ ਸੀ, ਉਸ ਤੋਂ ਬਾਅਦ ਆਪਾਂ ਚੀਨ ਦਾ ਕੀ ਕਰਤਾ? ਹੁਣ ਤੱਕ ਡਰਦੇ ਹਾਂ ਉਦੋਂ। ਅਸਲੀਅਤ ਹੈ ਦਿਲੋਂ, ਕਰੋਧ ਹੈ ਵੀ ਸਾਡੇ ਨਾਲ ਆ ਹੋਈ, ਇਹ ਵੀ ਨਾਲ ਹੈ, ਪਰ ਪੈ ਖਾਂਦੇ
ਸਾਡੀ ਰਾਜ ਕਰਦਾ ਸ਼੍ਰੇਣੀ ਕਹਿੰਦੇ ਵੀ ਚੀਨ ਨਾਲ ਨਾ ਪੰਗਾ ਪਵੇ, ਹੋਰ ਜੀ ਨਾਲ ਮਰਜ਼ੀ ਪੈ ਜਾਏ। ਨਹੀਂ ਤਾਂ ਹੁਣ ਆ ਗਿਆ ਹੁਣ ਕੱਲੂਕਾਰਾ, ਹੁਣ ਹਿੰਦੂ ਸੰਗਠਨ ਨੇ ਕਹਿਣਾ ਅਸੀਂ ਮਨਾਉਣ ਨਹੀਂ ਦੇਣਾ। ਐ ਮੂਰਖ ਨੇ ਆਖਦੇ ਨਾ ਭਾਈ ਮਿਲਾਓ, ਥੋੜੀ ਪੀੜ ਹੈ, ਜਿਹਦੇ ਪੀੜ ਹੈ ਪੀੜ ਨੂੰ ਤੁਸੀਂ ਟੀਕਾ ਲਾ ਕੇ ਥੋੜਾ ਬੰਦ ਕਰ ਦੋਗੇ, ਪੀੜ ਤਾਂ ਪੀੜ ਹੈ। ਇਹ ਪੱਕੀ ਗੱਲ ਹੈ ਕਿ ਬਹੁਤ ਗਲਤ ਤਰੀਕੇ ਨਾਲ ਉਹ ਕੰਮ ਹੋਇਆ ਸੀ, ਟਲ ਸਕਦਾ ਸੀ, ਕੁਝ ਵੀ ਗੱਲ ਨਹੀਂ ਸੀ ਯਾਰ, ਕਮਾਲ ਗੱਲਾਂ ਕਰਦੇ ਹੋ। ਜਿਹੜੇ ਦੇਸ਼ ਦੀ ਸਰਕਾਰ ਜੇ ਕਿਸੇ ਦੇਸ਼ ਦੀ ਸਮੱਸਿਆ ਨੂੰ ਹੱਲ ਕਰਨ ਦੇ ਕਾਬਿਲ ਨਹੀਂ, ਕੋਈ ਸਰਕਾਰਾਂ ਹੁੰਦੀਆਂ ਉਹ। ਕੱਲ ਨੂੰ ਮੈਂ ਆਖਿਆ ਜੀ ਮੈਂ ਤਾਂ ਉੱਥੇ ਸੋਮਨਾਥ ਦੇ ਮੰਦਿਰ 'ਤੇ ਹਮਲਾ ਕਰਨਾ, ਮੈਨੂੰ ਕੀ ਅਧਿਕਾਰ ਹੈ, ਕਾਹਦੇ ਵਾਸਤੇ? ਉੱਥੋਂ ਜੇ ਮੰਨ ਲਓ 10 ਬੰਦੇ ਤੇ ਬਹਿ ਕੇ ਬਿਆਨ ਦੇਣ ਲੱਗੇ ਤੇ ਮੇਰਾ ਹੱਕ ਬਣ ਜਾਂਦਾ। ਹੱਲ ਕਿਉਂ ਨਹੀਂ ਹੋਇਆ? ਹੱਲ ਕਰਨਾ ਨਹੀਂ ਚਾਹੁੰਦੇ, ਮੱਤ ਕੇ ਕਰਨਾ ਨਹੀਂ ਚਾਹੁੰਦੇ। ਇਹਦੇ ਨਾਲ ਬਹੁਤ ਵੱਡੀ ਪ੍ਰਾਪਤੀ ਹੋਈ, ਵੋਟਾਂ ਮਿਲ ਗਈਆਂ ਰੱਜ ਕੇ। ਵਾਹ ਜੀ ਵਾਹ, ਨਹੀਂ ਉਹਦੀ ਜ਼ਮਾਨਤ ਜ਼ਬਤ ਹੁੰਦੀ ਸੀ, 77 'ਚ ਜ਼ਮਾਨਤਾਂ ਜ਼ਬਤ ਹੋਈਆਂ। ਉਦੋਂ ਬਾਅਦ ਦੂਜੀਆਂ ਪਾਰਟੀਆਂ ਆਈਆਂ, ਫਿਰ ਉਹਨੂੰ ਪਤਾ ਵੀ ਹੁਣ ਮੇਰੇ ਕੱਢਣਾ ਪਾਉਣ ਨੂੰ ਕੱਖ ਨਹੀਂ, ਉਹਨੇ ਆਹ ਕੰਮ ਕਰਾ ਲਿਆ। ਇੰਦਰਾ ਗਾਂਧੀ ਨੂੰ ਮਾਰਨਾ ਜ਼ਰੂਰੀ ਸੀਗਾ ਜਦੋਂ ਉਹ ਕਾਂਡ ਹੋ ਚੁੱਕਾ ਸੀ। ਨੰਬਰ 2 ਹਾਂ, ਇੰਦਰਾ ਗਾਂਧੀ ਨੂੰ ਮਾਰਨਾ ਜ਼ਰੂਰੀ ਸੀਗਾ। ਸਭ ਤੋਂ ਵੱਡੀ ਗੱਲ ਹੈ ਬੇਟਾ, ਛੋਟਾ ਮੂੰਹ ਤੇ ਵੱਡੀ ਗੱਲ। ਠੱਕਰ ਕਮਿਸ਼ਨ ਦੀ ਰਿਪੋਰਟ ਪੜ੍ਹੋ ਤੇ ਉਹਨੂੰ ਉਜਾਗਰ ਕਰੋ। ਉਹਦੇ ਤੇ ਮਤਲਬ ਸੱਪ ਮੂੰਹ ਕਿਉਂ ਬੈਠੇ ਨੇ ਇਹ ਪਤਾ ਲੱਗ ਜੂ। ਜੇਠ ਮਲਾਨੀ ਕਹਿੰਦਾ ਵੀ ਠੱਕਰ ਕਮਿਸ਼ਨ ਦੀ ਰਿਪੋਰਟ ਨੂੰ ਤੁਸੀਂ ਉਜਾਗਰ ਕਰ ਦਿਓ, ਪਤਾ ਲੱਗ ਜੂ। ਜੇ ਇਧਰਲੇ ਪਾਸੇ ਪੰਜਾਬ ਵਾਲਿਆਂ ਦਾ ਕਸੂਰ ਹੈ ਤੇ ਉਹ ਸਜ਼ਾ ਦੇ ਭਾਗੀ, ਜੇ ਦੂਜਿਆਂ ਦਾ ਕਸੂਰ ਹੈ ਤੇ ਉਹ ਸਜ਼ਾ ਦੇ ਭਾਗੀ। ਇੰਦਰਾ ਗਾਂਧੀ ਮਰਨ ਤੋਂ ਬਾਅਦ ਘੱਟੋ ਘੱਟ ਦਿੱਲੀ 'ਚ ਕਿੰਨਾ ਸਿੱਖ ਕੌਮ ਮਰੀ, ਕਾਨਪੁਰ 'ਚ ਕਿੰਨੀ ਮਰੀ ਨਹੀਂ ਮਾਰੇ ਬਕਾਇਦਾ। ਉਹ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੋਣੇ ਨਹੀਂ, ਮਾਰਨੇ ਤਾਂ ਬੇਕਸੂਰ ਹੁੰਦੇ ਆ, ਮਾਰਨ ਦਾ ਬੇਕਸੂਰ ਹੁੰਦਾ। ਬੰਗਾਲ ਦੇ ਵਿੱਚ ਰਾਜੀਵ ਗਾਂਧੀ ਉੱਥੇ ਸੀ, ਠੀਕ, ਬੰਗਾਲ 'ਚ ਸੀ ਕਲਕੱਤੇ, ਉੱਥੇ ਇੱਕ ਬੰਦਾ ਮਰਿਆ ਸੀ, ਠੀਕ ਹੈ। ਜੋਤੀ ਬਾਸੂਆ ਦਾ ਭੁੱਲ ਜਾਓ, ਇਹ ਮਨਜ਼ੂਰ ਨਹੀਂ ਹੋਇਆ, ਇੱਕ ਨਹੀਂ ਮਾਰਨ ਦਿੱਤਾ, ਇੱਕ ਮਰਿਆ। ਉਸ ਤੋਂ ਬਾਅਦ ਸੌਰੀ ਦੂਜੇ ਥਾਂ ਜਿੱਥੇ ਸੀਗੇ ਇਹਨਾਂ ਨੂੰ ਉਂਗਲਾਂ ਲਾਈਆਂ ਤੇ ਮਾਰੇ ਗਏ। ਨਹੀਂ, ਰਾਸ਼ਟਰਪਤੀ ਸਿੱਖ ਕੌਮ ਤੋਂ ਬਿਲੋਂਗ ਕਰਦਾ ਸੀ। ਰਾਸ਼ਟਰਪਤੀ ਕੀ ਚੀਜ਼ ਹੈ, ਕੀ ਚੀਜ਼ ਹੈ? ਇੱਕ ਝੋਲੇ ਦੀ ਬੱਕਰੀ ਕੀ ਚੀਜ਼ ਹੈ? ਹਿੰਦੁਸਤਾਨ ਦਾ ਰਾਸ਼ਟਰਪਤੀ ਨੋਮੀਨਲ ਹੈਡ ਹੈ, ਉਹ ਕੋਈ ਫੈਸਲਾ ਨਹੀਂ ਲੈ ਸਕਦਾ। ਨਹੀਂ, ਉਸ ਟਾਈਮ ਤਾਂ ਪ੍ਰਧਾਨ ਮੰਤਰੀ ਕੋਈ ਨਹੀਂ ਸੀ ਨਾ। ਨਾ ਉਹ ਤਾਂ 2 ਦਿਨ ਬਾਅਦ ਇੱਕ ਮਿੰਟ ਦੇ ਵਿੱਚ ਉਸੇ ਵਕਤ ਵੀ ਆ ਚੱਕੋ, ਕਿਉਂਕਿ ਉਸ ਟਾਈਮ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਉੱਪਰ ਕੁਝ ਵੀ ਨਹੀਂ ਕਰ ਸਕਦਾ ਸੀ। ਉਹ ਕੀ ਕਰ ਸਕਦਾ ਹੈ? ਉਹਦੀ ਕੀ ਔਕਾਤ ਸੀ? ਕੀ ਕਰ ਸਕਦਾ ਸੀ ਉਹ? ਜੇ ਉਹਨੂੰ ਪੁੱਛੋ, ਉਹਨੂੰ ਤਾਂ ਦਰਬਾਰ ਸਾਹਿਬ ਨਹੀਂ ਆਉਣ ਦਿੰਦੇ ਸੀ। ਉਹਦੇ ਚੰਗਾ ਗੇੜਾ ਮਾਰਿਆ, ਤੇਰੇ ਨਾਲ ਕੋਈ ਪੱਤਰਕਾਰ ਨਹੀਂ ਜਾਊਗਾ, ਕੋਈ ਫੋਟੋ ਵਾਲਾ ਨਹੀਂ ਜਾਊਗਾ। ਇਹ ਵੀ ਪੱਕੀ ਗੱਲ ਹੈ। ਤੂੰ ਜਾ ਮੱਥਾ ਟੇਕਿਆ, ਪਤਾ ਲੈ ਲਾ, ਠੀਕ ਹੈ। ਉਹਦੇ ਨਾਲ ਕੋਈ ਪੱਤਰਕਾਰ ਨਹੀਂ ਜਾਊਗਾ, ਕੋਈ ਫੋਟੋਗ੍ਰਾਫਰ ਨਹੀਂ ਜਾਊਗਾ, ਕਿਉਂਕਿ ਕੱਲ੍ਹ ਨੂੰ ਫੋਟੋਆਂ ਖਿੱਚ ਕੇ ਲਿਆਉਣਗੇ, ਪਤਾ ਲੱਗੂ। ਇੱਕ ਰਾਸ਼ਟਰਪਤੀ ਦਾ ਇੱਕ ਨੋਮੀਨਲ ਹੈਡ ਹੈ, ਨਾ ਮਾਤਰ ਦਾ। ਅੱਛਾ, ਘੱਲੂਘਾਰੇ ਦਾ ਸਿਆਸੀਕਰਨ ਵੀ ਹੋਇਆ। ਅੱਜ ਅਗਰ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਅੰਦਰ ਲੋਕ ਵੋਟਾਂ ਲਈਆਂ ਨੇ ਉਸ ਨਾਂ ਤੇ। ਮਾਂ ਜੀ, ਘੱਲੂਘਾਰੇ ਹੁੰਦੇ ਸਿਆਸੀਕਰਨ ਕਰਕੇ ਨੇ, ਕਰਵਾਏ ਜਾਂਦੇ ਨੇ। ਬਾਜੀ ਵਾਹ, ਹੋਰ ਤੇਰੇ ਮਨ 'ਚ ਵੀ ਇਹ ਕੋਈ ਘੱਲੂਘਾਰੇ ਦੇਸ਼ ਭਗਤੀ ਕਰਕੇ ਕਰਾਏ ਜਾਂਦੇ ਆ? ਨਾ 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 ਪੁੱਤ, ਸਿਆਸੀਕਰਨ ਕਰਕੇ ਕਰਾਏ ਜਾਂਦੇ ਆ, ਮਾਰੇ ਜਾਂਦੇ ਆ। ਹਿੰਦੁਸਤਾਨ ਦੇ ਵਿੱਚ ਕਰਦੇ ਆ, ਲੋਕੀ ਇਹਦੇ ਸ਼ਿਕਾਰ ਹੁੰਦੇ ਨੇ। ਔਰ ਫੈਕਟ ਹੈ, ਸੱਚ ਹੈ। ਮੈਂ ਹੀ ਕੌੜਾ ਸੱਚ ਬੋਲਣਾ, ਹਰ ਬੰਦਾ ਨਹੀਂ ਬੋਲਣ ਲੱਗਿਆ। ਸਿਆਸਤਦਾਨਾਂ ਦੀਆਂ ਕਈ ਰਾਜਗੱਦੀਆਂ ਖੁੱਸ ਜਾਂਦੀਆਂ ਵੀ ਤੂੰ ਫਲਾਣੇ ਵਾਲੇ ਭਾਈ ਆ ਭੌਂਕਿਆ, ਠੀਕ ਹੈ। ਵੋਟਰ ਕਿਉਂ ਨਹੀਂ ਸਮਝਦਾਰ? ਵੋਟਰ ਕਿਉਂ ਨਹੀਂ ਸਮਝਦਾ? ਅਜੇ ਤੱਕ ਜਿਹੜੇ ਹਿੰਦੁਸਤਾਨ ਦਾ ਮਤਦਾਤਾ ਜਿਹੜਾ ਵੋਟਰ ਹੈ, ਉਹਦੇ ਕੋਲੇ ਵਿਚਾਰੇ ਕੋਲੇ ਨਾ ਨਜ਼ਰੀਆ ਨਾ ਵਿਦਿਆ ਹੈ। ਦੋ ਗੱਲਾਂ ਨਾ ਉਹ ਕਿਰਦਾਰ ਹੈ ਤੇ ਨਾ ਉਹ ਵੀ ਇਸ ਕਾਬਲ ਬਣਾਇਆ ਨਹੀਂ ਵਿਚਾਰੇ ਨੂੰ। ਕਿਹੜੇ ਖੂਹ ਡਿੱਗੇ ਹੋ, ਸ਼ਿਕਾਰ ਹੋ ਜਾਂਦਾ। ਉਹਨੂੰ ਬਿਨਾਂ ਗੱਲ ਤੋਂ ਲੱਗਦਾ ਵੀ ਮੇਰਾ ਧਰਮ ਖਤਰੇ 'ਚ ਹੈ। ਹਿੰਦੁਸਤਾਨ 'ਚ 3 ਖਤਰੇ ਪੈਦਾ ਕਰਦੇ ਨੇ, ਕਿਹੜੇ? ਅੱਗੇ ਦੇਸ਼ ਨੂੰ ਖਤਰਾ, ਹੋਰ ਜੀ ਅੱਗੇ ਧਰਮ ਨੂੰ ਖਤਰਾ, ਹੋਰ ਪੰਥ ਨੂੰ ਖਤਰਾ। 3 ਖਤਰੇ ਪੱਕੇ। 24 ਘੰਟੇ ਜਦੋਂ ਮਰਜ਼ੀ ਤੁਸੀਂ ਨੇ ਇਹ ਖਤਰੇ ਦਾ ਜਿੰਨ ਬਾਹਰ ਕੱਢ ਲਓ, ਤੈਨੂੰ ਵਰਤ ਲਓ। ਸਿਆਸੀਕਰਨ ਜਦੋਂ ਕਿ ਮੈਂ ਉਲਟ ਕਹਿਣਾ ਹੁੰਦਾ, ਮੈਂ ਕਹਿੰਦਾ ਵੀ ਰਾਸ਼ਟਰਵਾਦੀ ਲੋਕਾਂ ਤੋਂ, ਜਿਹੜੇ ਅਖੌਤੀ ਰਾਸ਼ਟਰਵਾਦੀ ਨੇ, ਜਿਹੜੇ ਕਹਿੰਦੇ ਦੇਸ਼ ਨੂੰ ਖਤਰਾ ਹੈ ਤੇ ਜਿਹੜੇ ਕਹਿੰਦੇ ਵੀ ਧਰਮ ਨੂੰ ਖਤਰਾ ਹੈ, ਉਹਨਾਂ ਲੋਕਾਂ ਤੋਂ ਮੁਲਕ ਦੇ ਗਰੀਬਾਂ ਨੂੰ, ਮਜ਼ਦੂਰਾਂ ਨੂੰ ਤੇ ਮਾਸੂਮਾਂ ਨੂੰ ਤੇ ਅਣਭੋਲ ਲੋਕਾਂ ਨੂੰ ਖਤਰਾ ਹੈ। ਘੱਲੂਘਾਰੇ 'ਚ ਪੰਜਾਬ ਦਾ ਕੀ ਨੁਕਸਾਨ ਹੈ? ਮੈਂ ਵੀ ਪੰਜਾਬ ਦਾ ਪਹਿਲੀ ਗੱਲ ਹੈ ਵੀ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਤੇ 60 ਵੱਜੀ ਇੱਕ ਫਿਰਕਾ ਸਿੱਖ ਫਿਰਕੇ ਤੇ।
ਹਿੰਦੂ ਸਿੱਖ ਦੇ ਵਿੱਚ ਪਾੜ ਪਾਇਆ, ਕਿਉਂਕਿ ਪੰਜਾਬ ਦੇ ਲੋਕ ਜਦੋਂ ਹਿੰਦੂ ਤੇ ਸਿੱਖ ਇਕੱਠੇ ਬਹਿੰਦੇ ਆ, ਕਿਸੇ ਦੁੱਖ 'ਚ ਇਕੱਠੇ ਹੋ ਕੇ ਬਹਿ ਜਾਂਦੇ ਆ। ਇਹ ਤਾਂ ਨਹੀਂ ਨਾ ਵੀ ਸਾਰਾ ਦਿਨ ਲੜਦੇ ਆ, ਇਕੱਠੇ ਬਹਿ ਜਾਂਦੇ। ਉਹਦੀ ਚਿੰਤਾ ਖੜੀ ਹੁੰਦੀ ਵੀ ਇਹ ਦੋ ਬੰਦੇ ਇਕੱਠੇ ਕਿਵੇਂ ਬੈਠੇ ਬਈ। ਇਹ ਵੀ ਨਾਲ ਹੈ, ਜਦੋਂ ਲਾਲਾ ਜਗਤ ਨਾਰਾਇਣ ਵਰਗੇ ਤੇ ਅਕਾਲੀ ਦਲ ਵਰਗੇ ਜੇਲ੍ਹਾਂ 'ਚ ਇਕੱਠੇ ਸੀ ਨਾ, ਤੇ ਚਿੰਤਾ ਖੜੀ ਹੋ ਗਈ ਵੀ ਆਹ ਕੀ ਖੜਾ ਹੋ ਗਿਆ ਬਈ। ਜੀ ਇੰਦਰਾ ਗਾਂਧੀ ਨੂੰ ਬਾਘਾ ਬਾਰਡਰ ਤੋਂ ਲੈ ਕੇ ਬੰਗਾਲ ਤੱਕ ਇੱਕ ਸੀਟ ਨਹੀਂ ਮਿਲੀ ਸੀ, ਇੱਕ ਵੀ, ਇੱਕ ਤਾਂ ਮਿਲਦੀ ਕਿਉਂ? ਉਦੋਂ ਇਸ ਤਰ੍ਹਾਂ ਸਾਰੇ ਇਕੱਠੇ ਹੋ ਗਏ ਸੀ। ਫਿਰ ਕਿਹਾ ਵੀ ਉਹਨਾਂ ਨੂੰ ਪਾੜੋ, ਫਿਰ ਪਾੜਨਾ ਸ਼ੁਰੂ ਕਰਤੇ। ਜਦੋਂ ਵੀ ਤੁਸੀਂ ਸਿਆਣੇ ਪੰਜਾਬ ਦੇ ਲੋਕ ਹਿੰਦੂ ਸਿੱਖ ਮੁਸਲਮਾਨ ਗਰੀਬ ਗਰੂਬੇ ਬਹਿ ਕੇ ਆਪਦੇ ਦੁੱਖਾਂ ਦੀ ਗੱਲ ਇਕੱਠੇ ਕਰਦੇ ਆ, ਉਦੋਂ ਦੇਸ਼ ਦੀਆਂ ਰਾਜ ਕਰਦਾ ਸ਼੍ਰੇਣੀਆਂ ਨੂੰ ਕਾਫੀ ਖਤਰਾ ਹੋ ਜਾਂਦਾ ਵੀ ਇਹ ਸਿਆਣੀਆਂ ਗੱਲਾਂ ਕਿਵੇਂ ਕਰ ਲਾਂਗੇ ਬਈ, ਕਿਉਂਕਿ ਉਹਨਾਂ ਦੀ ਲੁੱਟ ਖਸੁੱਟ ਖਤਮ ਹੋਣੀ ਹੈ। ਜਦੋਂ ਇਹ ਸਿਆਣੇ ਹੋ ਕੇ ਬੋਲ ਪਏ, ਫਿਰ ਲੋਕਾਂ ਨੇ ਆਪਦੇ ਹਿੱਤ ਦੀ ਗੱਲ ਕਰਨੀ ਆ, ਆਪਦੇ ਰੁਜ਼ਗਾਰ ਦੀ ਗੱਲ ਕਰਨੀ ਆ, ਆਪਦੇ ਕਾਰੋਬਾਰ ਦੀ ਗੱਲ ਕਰਨੀ ਆ, ਸਤਿਕਾਰ ਦੀ ਗੱਲ ਕਰਨੀ ਆ, ਵਿੱਦਿਆ ਦੀ ਗੱਲ ਕਰਨੀ ਆ, ਸਿਹਤ ਦੀ ਗੱਲ ਕਰਨੀ ਆ। ਸਾਡੀਆਂ ਸ਼੍ਰੇਣੀਆਂ ਨੇ ਚਾਰੇ ਚੀਜ਼ਾਂ ਸਾਨੂੰ ਨਹੀਂ ਦੇਣੀਆਂ। ਜਦ ਤੱਕ ਇੱਕ ਆਦਮੀ ਵੋਟਰ ਰਹਿੰਦਾ ਤਦ ਤੱਕ ਤਾਂ ਉਹ ਸਿਆਣਾ ਨਹੀਂ ਹੁੰਦਾ। ਜਦੋਂ ਆਦਮੀ ਲੀਡਰ ਬਣ ਜਾਂਦਾ ਤਾਂ ਉਹ ਸਿਆਣਾ ਹੋ ਜਾਂਦਾ, ਉਹੀ ਵੋਟਰਾਂ ਨੂੰ ਲੜਾ ਦਿੰਦਾ। ਨਹੀਂ ਲੀਡਰ ਮੈਂ ਨਾ ਹਰ ਵੋਟਰ ਲੀਡਰ ਨਹੀਂ, ਇਹ ਯਾਦ ਰੱਖਿਓ, ਠੀਕ ਆ। ਤੇ ਲੀਡਰ ਕਦੇ ਵੋਟਰ ਦੀ ਮਾਨਸਿਕਤਾ ਨੂੰ ਪ੍ਰਵਾਨ ਕਰਦਾ ਹੀ ਨਹੀਂ। ਉਹਨੂੰ ਪਤਾ ਵੀ ਮੈਂ ਕਿਵੇਂ ਇਹਨੂੰ ਲੁੱਟਣਾ ਤੇ ਗੁੰਮਰਾਹ ਕਰਨ ਕਰਨ ਤਿਆਰ ਹੁੰਦਾ। ਉਹਨੂੰ ਪਤਾ ਹੈ ਵੀ ਮੈਂ ਪੈਸੇ ਦੇ ਸਕਦਾ, ਇਹਨਾਂ ਨੇ ਲੈਣਾ। ਕੋਈ ਬੰਦੇ ਨੂੰ ਇੰਨਾ ਭੁੱਖਾ ਕਰ ਦਿਓ, ਮਰਨਾ ਕੋਈ ਨਹੀਂ ਚਾਹੁੰਦਾ, ਕਿਸੇ ਬੰਦੇ ਨੂੰ ਇੰਨਾ ਭੁੱਖਾ ਕਰ ਦਿਓ ਤੇ ਉਹਦੇ ਫਿਰ ਮੂੰਹ ਤੇ ਨਾ 2 ਤਬਕੇ ਪਾਣੀ ਦੇ ਪਾਓ, ਨਾਲ ਦੀ ਨਾਲ ਮੂੰਹ ਟੱਡੂਗਾ ਉਹ ਵਿਚਾਰਾ। ਉਹ ਇਹ ਨਹੀਂ ਕਹਿੰਦਾ ਮੈਂ ਨਹੀਂ ਪੀਣਾ, ਮੂੰਹ ਟੱਡੂਗਾ, ਕਿਉਂਕਿ ਜਿਉਣ ਦੀ ਅਰਜ਼ ਹੈ। ਉਹਦੇ ਬੰਦੇ ਨੂੰ ਇੰਨਾ ਭੁੱਖਾ ਕਰ ਦਿਓ ਕਿ ਉਹ ਬੇਹੀ ਰੋਟੀ ਖਾਣ ਲਈ ਵੀ ਆਤਰ ਹੋ ਜਾਏ, ਮੰਗ ਕੇ। ਪੰਜਾਬ ਦਾ ਵੋਟਰ ਜ਼ਿਆਦਾ ਸਮਝਦਾਰ ਹੈ ਕਿ ਪੰਜਾਬ ਦਾ ਲੀਡਰ ਜ਼ਿਆਦਾ ਸਮਝਦਾਰ? ਲੀਡਰ ਸਮਝਦਾਰ ਨਹੀਂ, ਚਲਾਕ ਹੈ। ਸਮਝਦਾਰ ਹੁੰਦਾ ਤਾਂ ਕਿਆ ਬਾਤ ਹੈ, ਚਲਾਕ, ਪਖੰਡੀ, ਧੂਰਤ, ਫਰੇਬੀ। ਵੋਟਰ ਕਿਉਂ ਨਹੀਂ ਚਲਾਕ ਹੋ ਪਾ ਰਿਹਾ? ਅਜੇ ਤੱਕ ਇਹਦੇ ਕੋਲੇ ਚਿੰਤਨ ਨਹੀਂ ਹੈ, ਵਿਦਿਆ ਨਹੀਂ ਹੈ, ਫਿਰਕਾ ਪ੍ਰਸਤੀ ਦਾ ਸ਼ਿਕਾਰ ਕਰਤਾ ਇਹਨੂੰ। ਪਿਛਲੀਆਂ ਮਾਡਲ ਸਕੂਲ ਹੋ ਗਏ ਨੇ, ਹਾਈਟੈਕ ਹੋ ਗਏ ਨੇ, ਇੰਟਰਨੈਟ ਆ ਗਿਆ ਹੈ। ਮਾਡਲ ਜਿਹੜਾ ਸਕੂਲ ਹੈ, ਮਾਡਰਨ ਜਿਹੜੀ ਵਿੱਦਿਆ, ਜਿਹਨੂੰ ਅਸੀਂ ਮਾਡਰਨ ਵਿੱਦਿਆ ਕਹਿੰਦੇ ਆ, ਉਹ ਤਾਂ ਪੰਜਾਬ ਦੇ ਲੋਕਾਂ ਦੀ ਹਿੱਤ 'ਚ ਗਈ ਨਹੀਂ। ਉਹ ਤਾਂ ਸਮਾਂ ਉਹਦੇ ਜਿਹੜਾ ਬੰਦਾ ਮਾਡਰਨ ਸਕੂਲ 'ਚ ਪੜ੍ਹ ਕੇ ਆਉਂਦਾ, ਪੰਜਾਬ ਦੇ ਲੋਕਾਂ ਨੂੰ ਵੈਸੇ ਹੀ ਨਫ਼ਰਤ ਕਰਨ ਲੱਗ ਜਾਂਦਾ। ਉਹ ਤਾਂ ਕਹਿੰਦੇ ਇਹਨਾਂ ਨੂੰ ਜੀ ਕੱਪੜਾ ਪਾਉਣਾ ਨਹੀਂ ਆਉਂਦਾ, ਇਹਨਾਂ ਨੂੰ ਗੱਲ ਕਰਨੀ ਨਹੀਂ ਆਉਂਦੀ, ਇਹਨਾਂ ਨੂੰ ਬਹਿਣਾ ਨਹੀਂ ਆਉਂਦਾ, ਇਹਨਾਂ ਨੂੰ ਐਟੀਕੇਟਸ ਨਹੀਂ ਆਉਂਦੇ। ਕਮਾਲ ਨੇ, ਉਹ ਤਾਂ ਐਂ ਗੱਲਾਂ ਕਰਦਾ। ਜਿਹੜਾ ਜਿਹਨੂੰ ਅਸੀਂ ਮਾਡਰਨ ਸਕੂਲ ਕਹਿੰਦੇ ਹਾਂ, ਇਹ 4 ਚੀਜ਼ਾਂ 'ਚ ਦੋਸ਼ ਲਾ ਹੀ ਦੇਣੇ ਉਹਨੇ। ਹਾਲਾਂਕਿ ਤੁਹਾਡੇ ਮਾਡਲ ਸਕੂਲਾਂ ਨੇ ਕੋਈ ਵਿਗਿਆਨੀ ਪੈਦਾ ਨਹੀਂ ਕੀਤਾ, ਕੋਈ ਸਾਹਿਤਕਾਰ ਪੈਦਾ ਨਹੀਂ ਕੀਤਾ, ਕੋਈ ਦਾਰਸ਼ਨਿਕ ਪੈਦਾ ਨਹੀਂ ਕੀਤਾ, ਕੋਈ ਸਿੱਖਿਆ ਸ਼ਾਸਤਰੀ ਪੈਦਾ ਨਹੀਂ ਕੀਤਾ। ਕੋਈ ਦੱਸ ਦਿਓ ਵੀ ਆਹ ਫਲਾਣੇ ਮਾਡਲ ਸਕੂਲ ਨੇ ਵੀ ਆਹ ਬੰਦਾ ਕਮਾਲ ਕਰਦੀ, ਨਹੀਂ ਕਰ ਹੀ ਨਹੀਂ ਸਕਦੇ। ਟੀਚਰ ਕਿਵੇਂ ਦਾ ਰੋਲ ਅਪਣਾ ਰਹੇ ਨੇ? ਜੇ ਟੀਚਰ ਵੀ ਵਿਚਾਰੇ ਕੀ ਨੇ, 3rd ਕਲਾਸ ਚਿੰਤਨ ਦੇ ਮਾਲਕ, ਜਿਹਨੂੰ ਕੋਈ ਹੋਰ ਨੌਕਰੀ ਨਪਕ ਬਣ ਜਾਂਦਾ। ਬਈ ਚੱਲ ਜਾ ਅਧਿਆਪਕਤਾ ਬਣੀ ਜਾਓ, ਡਿੱਗਦਾ 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 ਅਧਿਆਪਕ ਬਣ ਜਾਂਦਾ। ਇੱਥੇ ਕਹਾਣੀ ਹੈ, ਉਹਨੇ ਕੀ ਕਰਨਾ, ਕਿਵੇਂ ਬਚਾਇਆ ਜਾਏ? ਹੁਣ ਅਗਲਾ ਘੱਲੂਘਾਰਾ ਨਾ ਹੋਵੇ। ਨਹੀਂ, ਹਾਂ ਇਹ ਹੈ, ਇਹ ਕਿਵੇਂ ਬਚਾਇਆ ਜਾਵੇ? ਇਹ ਹੈ ਵੀ ਲੋਕ ਵੋਟਰ ਲੋਕਤੰਤਰ 'ਚ ਵੱਸਦੇ ਆ ਤੇ ਉਹਨਾਂ ਨੂੰ ਆਪਣੇ ਆਪ ਆਪਣਾ ਖਿਆਲ ਜ਼ਰੂਰ ਕਰਨਾ ਪਊ। ਜੇ ਨਹੀਂ ਕਰਨਗੇ ਤੇ ਫਿਰ ਦੁਆਰੇ ਮਰਨਗੇ। ਜੇ ਯੂਰਪ ਦੇ ਵਿੱਚ ਲੋਕੀ ਪੜ੍ਹ ਕੇ ਕ੍ਰਾਂਤੀਆਂ ਕਰਦੇ ਆ, ਬਗਾਵਤਾਂ ਨਹੀਂ, ਕ੍ਰਾਂਤੀਆਂ। ਫਰਾਂਸ ਦੇ ਵਿੱਚ ਕ੍ਰਾਂਤੀ, ਰੂਸ ਦੀ ਕ੍ਰਾਂਤੀ, ਇਟਲੀ 'ਚ ਕ੍ਰਾਂਤੀ, ਬੜੀਆਂ ਕ੍ਰਾਂਤੀਆਂ ਹੋਈਆਂ। ਉਹ ਕ੍ਰਾਂਤੀਆਂ ਕਰ ਸਕਦੇ ਆ ਤੇ ਹਿੰਦੁਸਤਾਨ ਦੇ ਲੋਕ ਵੀ ਪੜ੍ਹ ਕੇ ਕ੍ਰਾਂਤੀ ਕਰ ਸਕਦੇ ਆ, ਰੈਵੋਲੂਸ਼ਨ ਲਿਆ ਸਕਦੇ ਆ। ਉਹਦੇ ਨਾਲ ਜਿਹੜੀ ਰਾਜ ਕਰਦਾ ਸ਼੍ਰੇਣੀ ਦਾ ਪਾਸਾ ਬੁੱਧਾ ਮਾਰਿਆ ਜਾ ਸਕਦਾ ਤੇ ਫਿਰ ਇਹ ਸਾਰੇ ਇਕੱਠੇ ਹੋ ਕੇ ਕੰਮ ਕਰਨਗੇ। ਕੋਈ ਰੌਲਾ ਨਹੀਂ ਹੋਊਗਾ, ਕੋਈ ਫਿਰਕਾ ਪ੍ਰਸਤੀ ਨਹੀਂ ਹੋਊ, ਕੋਈ ਊਚ ਨੀਚ ਨਹੀਂ ਹੋਈ, ਕੋਈ ਵੈਰ ਭਾਵ ਨਹੀਂ ਹੋਊ। ਸਭ ਨੂੰ ਪਤਾ ਹੋਊ ਜੇ ਮੇਰਾ ਢਿੱਡ ਭੁੱਖਾ ਤੇ ਮੇਰੇ ਗੁਆਂਢੀ ਦਾ ਢਿੱਡ ਕਿਉਂ ਭੁੱਖਾ ਹੋਵੇ। ਜੇ ਮੈਂ ਬਿਮਾਰ ਹਾਂ, ਮੇਰਾ ਗੁਆਂਢੀ ਵੀ ਕਿਉਂ ਬਿਮਾਰ ਹੋਵੇ। ਜੇ ਮੈਂ ਠੀਕ ਹੈ ਤਾਂ ਮੇਰਾ ਗੁਆਂਢੀ ਲਾਜ਼ਮੀ ਠੀਕ ਹੋਣਾ ਚਾਹੀਦਾ ਹੈ। ਜਦੋਂ ਇਹ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੋ ਗਈ ਸਾਡੇ ਲੋਕਾਂ ਨੇ ਕਰਕੇ, ਇਹ ਲੋਕਾਂ ਨੇ ਖੁਦ ਕੀਤਾ। ਹੁਣ ਇਹ ਲਾ ਲਓ, ਗੁਰੂ ਸਾਹਿਬ ਨੇ ਖਾਲਸਾ ਸਾਜਿਆ, ਰਾਜ ਕਰਦਾ ਸ਼੍ਰੇਣੀ ਨੇ ਸਾਜਿਆ ਸੀ ਨਾ? ਗਰੀਬੜਿਆਂ ਨੇ, ਜਿਨ੍ਹਾਂ ਦੇ ਪੱਲੇ ਕੱਖ ਨਹੀਂ ਸੀ, ਘੋੜਿਆਂ 'ਤੇ ਸਵਾਰ ਹੋ ਗਏ।
ਮੁਗਲਾਂ ਦੇ ਨਾਲ ਜਾ ਟੱਕਰ ਲਈ। ਇਸ ਕਰਕੇ ਆਪ ਖੜੇ ਹੋਣਾ ਪਊ, ਆਪ ਲਾਜ਼ਮੀ ਖੜੇ ਹੋਣਾ ਪਊ, ਸੰਜਮ ਰੱਖਣਾ ਪਊ, ਹੌਸਲਾ ਵੀ ਰੱਖਣਾ ਪਊ। ਪੁਰਾਣੀਆਂ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਬਈਆਂ ਫੂਡਲ ਯੁੱਗ ਦੀਆਂ, ਜਗੀਰਦਾਰੀ ਯੁੱਗ ਦੀਆਂ, ਉਹਨਾਂ ਨੂੰ ਚਲਾ ਕੇ ਮਾਰਨ। ਹਿੰਦੂ ਮੁਸਲਿਮ ਸਿੱਖ ਈਸਾਈ ਹਾਂ। ਇਹ ਕਿਉਂ ਵੰਡੇ ਗਏ ਨੇ? ਉਹ ਫਿਰਕਾ ਪ੍ਰਸਤੀ ਆਧਾਰ ਤੇ ਨਾ ਬੇਟਾ। ਫਿਰ ਉਹੀ ਚੀਜ਼ ਆਏਗੀ, ਉਹਨਾਂ ਨੇ ਹਾਂ। ਆਪਣੇ ਸਿਆਸਤ ਤੇ ਆਪਣੇ ਲਾਭ ਲਈ ਇਹ ਸਭ। ਹੁਣ ਮੰਨ ਲਓ ਵੀ ਮੈਂ ਪੜਦਾ, ਜੇ ਮੈਨੂੰ ਕੋਈ ਹਿੰਦੂ ਸਿੱਖ ਤੇ ਮੁਸਲਮਾਨ ਬਣਾਵੇ ਮੈਂ ਬਣ ਲੱਗਿਆ? ਮੈਂ ਹਰੇਕ ਧਰਮ ਦੇ ਠੇਕੇਦਾਰ ਨੂੰ ਤੇ ਹਰੇਕ ਸਿਆਸੀ ਬੰਦੇ ਨੂੰ ਮੈਂ ਕਹਿ ਸਕਦਾ, ਮੇਰੇ 'ਚ ਇੰਨੀ ਜ਼ਰੂਰਤ ਹੈ ਵੀ ਮੈਨੂੰ ਤੇਰੇ ਨਾਲੋਂ ਇਸ ਬਾਰੇ ਵੱਧ ਪਤਾ ਓਏ। ਮੈਨੂੰ ਹਿੰਦੂ ਸਿੱਖ ਤੇ ਮੁਸਲਮਾਨ ਨਾ ਪੜ੍ਹਾ, ਤੂੰ ਆਪਣੇ ਆਪ ਨੂੰ ਸਮਝਾ ਕਿ ਤੂੰ ਕਿੰਨਾ ਕੁ ਸਿੱਖ ਹੈ ਜਾਂ ਤੂੰ ਕਿੰਨਾ ਕੁ ਹਿੰਦੂ ਹੈ ਜਾਂ ਕਿੰਨਾ ਕੁ ਮੁਸਲਮਾਨ ਹੈ, ਤੂੰ ਆਪਣੇ ਆਪ ਨੂੰ ਸਮਝਾ। ਮੈਂ ਉਹਨੂੰ ਕਹਿ ਸਕਦਾ ਵੀ ਜੇ ਤੂੰ ਸਿੱਖ ਹੁੰਦਾ ਵੀ ਤੈਨੂੰ ਸਿੱਖੀ ਦਾ ਡੱਕਾ ਨਹੀਂ ਪਤਾ। ਮੈਂ ਹਿੰਦੂ ਨੂੰ ਕਹਿ ਸਕਦਾ ਵੀ ਤੂੰ ਹਿੰਦੂ ਹੋਣ ਦੇ ਬਾਵਜੂਦ ਵੀ ਤੈਨੂੰ ਹਿੰਦੂ ਦਾ ਬਿਲਕੁਲ ਨਹੀਂ ਪਤਾ। ਮੈਂ ਇਸਲਾਮ ਦੇ ਮੁਸਲਮਾਨ ਨੂੰ ਕਹਿ ਸਕਦਾ ਤੂੰ ਇਸਲਾਮ ਦੇ ਵਿੱਚ ਹੋਣ ਦੇ ਬਾਵਜੂਦ ਵੀ ਤੈਨੂੰ ਮੁਹੰਮਦ ਸਾਹਿਬ ਦੇ ਬਾਰੇ ਡੱਕਾ ਨਹੀਂ ਪਤਾ। ਤੂੰ ਉਹਦੀ ਸਿੱਖਿਆ ਤੇ ਇੱਕ 5 ਪੈਸੇ ਜਿੰਨਾ ਵੀ ਨਹੀਂ ਚੱਲਦਾ। ਮੈਂ ਸਿੱਖ ਨੂੰ ਵੀ ਕਹਿ ਸਕਦਾ ਵੀ ਗੁਰੂ ਸਾਹਿਬ ਦੇ ਤਾਂ ਅਮਰਤ ਕਰ ਹੀ ਨਹੀਂ ਸਕਦਾ। ਮੈਂ ਇਸ ਤਰ੍ਹਾਂ ਹਿੰਦੂ ਨੂੰ ਵੀ ਕਹਿ ਸਕਦਾ ਮੈਨੂੰ ਪਤਾ, ਮੈਨੂੰ ਉਹਨਾਂ ਨਾਲੋਂ ਵੱਧ ਪਤਾ ਹੈ, ਮੈਂ ਉਹਨਾਂ ਨਾਲੋਂ ਵੱਧ ਧਰਮ ਨੂੰ ਪੜ੍ਹਦਾ। ਅੱਛਾ, ਆਉਣ ਵਾਲੇ ਟਾਈਮ 'ਚ ਪੰਜਾਬ ਵਿੱਚ ਹੁਣ ਘੱਲੂਘਾਰਾ ਹੋ ਸਕਦਾ ਹੈ? ਦੇਖੋ, ਸ਼ਰਾਰਤ ਕਦੋਂ ਵੀ ਕੋਈ ਕਰਵਾ ਸਕਦਾ ਹੈ, ਪਰ ਹੁਣ ਲੋਕਾਂ ਥੋੜਾ ਨਾ ਅਵੇਅਰ ਹੋ ਗਏ ਨੇ, ਅਵੇਅਰ ਹੋ ਰਿਹਾ। ਮੰਨ ਲਓ ਵੀ ਮੇਰੇ ਵਰਗਾ ਧੜਕ ਬੰਦਾ ਹੀ ਬੋਲਣ ਲੱਗ ਗਿਆ ਪੰਜਾਬ ਦੇ ਵਿੱਚ। ਮੈਂ ਹੀ ਲਾ ਲਓ, ਮੈਂ ਇੱਕ ਇਕੱਲਾ ਬੰਦਾ, ਬਜ਼ੁਰਗ 70 ਸਾਲ ਦਾ, ਸਰਕਾਰ ਦਾ ਪੁਰਾਣਾ ਮੁਲਾਜ਼ਮ, ਰਿਟਾਇਰ, ਮੈਂ ਬੋਲੀ ਜਾਂਦਾ। ਮੈਂ ਤਾਂ ਬੋਲਦਾ ਕਿ ਮੈਨੂੰ ਇਹਦੀ ਸਮਝ ਆ ਗਈ ਵੀ ਯਾਰ ਆਹ ਤਾਂ ਬੜੀ ਮਾੜੀ ਗੱਲ ਹੈ। ਜਦੋਂ ਲੋਕ ਇਸ ਤਰ੍ਹਾਂ, ਵਿਦਵਾਨ ਲੋਕ ਯੂਨੀਵਰਸਿਟੀਆਂ ਦੇ ਵਿੱਚ ਇਸ ਤਰ੍ਹਾਂ ਗੱਲਾਂ ਹੋਣਗੀਆਂ, ਪੰਜਾਬੀ ਭਵਨ 'ਚ ਇਹੋ ਜਿਹੀਆਂ ਗੱਲਾਂ ਹੋਣਗੀਆਂ, ਕਿਤੇ ਧਾਰਮਿਕ ਸਥਾਨ 'ਤੇ ਇਹੋ ਜਿਹਾ ਕੋਈ ਵਿਦਵਾਨ ਗੱਲਾਂ ਕਰੂਗਾ ਤੇ ਲੋਕਾਂ 'ਚ ਚੇਤਨਾ ਵੱਧਦੀ ਹੈ ਲਾਜ਼ਮੀ। ਮਿਹਰਬਾਨੀ ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ, ਥੈਂਕ ਯੂ। ਇਹ ਸੀਗੇ ਜੀ ਬਲਕੌਰ ਜੀ, ਜਿਨ੍ਹਾਂ ਨੇ ਸਾਡੇ ਨਾਲ ਘੱਲੂਘਾਰਾ ਤੇ ਅਲੱਗ-ਅਲੱਗ ਵਿਸ਼ਿਆਂ ਵਿੱਚ ਚਰਚਾ ਕੀਤੀ। ਸਾਨੂੰ ਲੱਗਦਾ ਕਿਤੇ ਨਾ ਕਿਤੇ ਇਹਨਾਂ ਦੀ ਗੱਲਾਂ ਨੂੰ ਤੁਸੀਂ ਜ਼ਰੂਰ ਸਮਝੋਗੇ ਤੇ ਸੋਚੋਗੇ ਤੇ ਆਪਣੇ ਜੀਵਨ ਵਿੱਚ ਲਾਗੂ ਵੀ ਕਰੋਗੇ। ਕਿਤੇ ਨਾ ਕਿਤੇ ਚਾਹੇ ਇੱਕ ਘੱਲੂਘਾਰਾ, ਚਾਹੇ 2, ਚਾਹੇ ਤੀਸਰਾ, ਚਾਹੇ 1984 ਦੇ ਦੰਗੇ, ਇਹਨਾਂ ਵਿੱਚ ਅਗਰ ਤੁਸੀਂ ਕੈਲਕੂਲੇਟ ਕਰੋ ਤੇ ਨੁਕਸਾਨ ਆਮ ਵੋਟਰ ਤੇ ਆਮ ਜਨਤਾ ਦਾ ਹੀ ਹੋਇਆ ਹੈ। ਤੁਸੀਂ ਇਸ ਚੀਜ਼ ਨੂੰ ਸੋਚ ਕੇ ਚੱਲਣਾ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹਿੰਦੂ ਨਹੀਂ ਬਣਨਾ, ਅਸੀਂ ਮੁਸਲਮਾਨ ਨਹੀਂ ਬਣਨਾ, ਅਸੀਂ ਸਿੱਖ ਨਹੀਂ ਬਣਨਾ, ਅਸੀਂ ਈਸਾਈ ਨਹੀਂ ਬਣਨਾ, ਪਰ ਅਸੀਂ ਇੱਕ ਬੁੱਧੀਜੀਵੀ ਤੇ ਇੰਟੈਲੀਜੈਂਟ ਵੋਟਰ ਬਣਨਾ। ਕਿਉਂਕਿ ਜਦੋਂ ਇੱਕ ਅੱਛੇ ਇਨਸਾਨ ਬਣ ਜਾਵਾਂਗੇ, ਅੱਛੇ ਵੋਟਰ ਬਣ ਜਾਵਾਂਗੇ, ਤੇ ਸਿਆਸਤਦਾਨ ਸਾਨੂੰ ਨਾ ਪਰਖ ਪਾਣਗੇ, ਨਾ ਯੂਜ਼ ਕਰ ਪਾਣਗੇ, ਨਾ ਸਾਡੇ ਤੋਂ ਕੋਈ ਸਿਆਸੀ ਲਾਹਾ ਲੈਣ ਪਾਣਗੇ। ਤੁਸੀਂ ਪ੍ਰਸ਼ਨ ਚੁੱਕਿਓ ਕਿ ਸਾਡੇ ਵਿੱਚ ਘੱਲੂਘਾਰਾ ਦਾ, ਠੀਕ ਹੈ ਸਾਡੇ ਦਰਬਾਰ ਸਾਹਿਬ 'ਚ ਹਮਲਾ ਹੋਇਆ, ਬਹੁਤ ਦੁਖਦ ਘਟਨਾ ਹੈ, ਲੇਕਿਨ ਬਹੁਤ ਟਾਈਮ ਬੀਤ ਚੁੱਕਾ ਹੈ। ਹੁਣ ਤੁਹਾਨੂੰ ਉਮੀਦ ਹੈ ਆਉਣ ਵਾਲੇ ਟਾਈਮ 'ਚ ਇਹ ਪੁੱਛੋਗੇ ਕਿ ਸਾਡੇ ਲਈ ਸਰਕਾਰੀ ਸਮਾਰਟ ਸਕੂਲ ਕਦੋਂ ਬਣਨਗੇ, ਸਾਡੇ ਨੌਜਵਾਨਾਂ ਨੂੰ ਸਮਾਰਟ ਰੋਜ਼ਗਾਰ ਕਦੋਂ ਮਿਲੂਗਾ, ਸਾਡੇ ਲਈ ਸਮਾਰਟ ਪੁਲ ਕਦੋਂ ਬਣਨਗੇ, ਸਾਡੇ ਲਈ ਜਿਹੜੇ ਰਾਜਨੇਤਾ, ਜਿਹੜੇ ਅੱਜ ਸਮਝਦਾਰ ਲੋਕ ਨੇ, ਕਿਵੇਂ ਦੀ ਚੀਜ਼ਾਂ ਸਾਡੇ ਲਈ ਲਿਆ ਕੇ ਦੇਣਗੇ ਜੋ ਸਾਡੇ ਹਿੱਤਾਂ ਲਈ, ਸਾਡੇ ਵਿਚਾਰਾਂ ਲਈ ਤੇ ਸਾਡੇ ਕੰਮ ਕਰਨ ਲਈ ਲਾਭਕਾਰੀ ਹੋਣਗੀਆਂ। ਦੋਸਤੋ, ਸੋਚਣ ਵਿਚਾਰਨ ਦੀ ਗੱਲ ਹੈ, ਜ਼ਰੂਰ ਸੋਚਿਓ ਤੁਸੀਂ ਆਉਣ ਵਾਲੇ ਟਾਈਮ ਤੇ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ। ਥੱਲੇ ਦਿੱਤੇ ਨੰਬਰਾਂ ਤੇ ਮੇਲ ਆਈਡੀ ਤੇ ਤੁਸੀਂ ਸੰਪਰਕ ਸਾਨੂੰ ਦੱਸ ਸਕਦੇ ਹੋ ਤੇ ਸਾਡੀ ਮੇਲ ਆਈਡੀ ਤੇ ਆਪਣੇ ਵਿਚਾਰ ਸਾਨੂੰ ਦੇ ਸਕਦੇ ਹੋ। ਦੋਸਤੋ, ਲੁਧਿਆਣਾ ਤੋਂ ਕੈਮਰਾਮੈਨ ਜੱਗੇ ਦੇ ਨਾਲ ਮੈਂ ਅਰਵਿੰਦਰ ਸਰਾਣਾ, ਨਾਓ ਹਿੰਦੁਸਤਾਨ ਤੇ ਸਰਾਣਾ ਨਿਊਜ਼।